ਚੋਪਈ ਸੁੰਦਰ ਤੰਬੂ ਇਕ ਲਗਵਾਇਓ, बीच दो चोबे स्थित सुहायो। चौं दिश में कनात तनवाई, रंगा रंग फर्श छित छाई। वाहिगुरु जी का खालसा, वाहिगुरु जी की फतेह। परम सत्कार योग सन्मानयोग गुरु की साजी और नवाजी हुई गुरु का खास रूप गुरु खालसा साध संगत जियो। वडभागी साध संग प्रापत तिन भेटत दुरमत खोई। तंता दे पात्र हो संध्या वेले दे सजे हुए दीवाना च हाजरियां भर के जगत गुरु श्री गुरु ग्रंथ साहिब जी महाराज जी दे दर्शन परसरे हो। रब्बी बाणी दा कीर्तन रागी ਸਿੰਘਾਂ ਦੀ ਰਸਨਾ ਤੋਂ ਆਪ ਜੀ ਨੇ ਸਰਵਣ ਕੀਤਾ ਹੈ। ਨੌਜਵਾਨ ਸਿੰਘਾਂ ਵਿੱਚ ਰੁਚੀ ਪੈਦਾ ਹੋ ਰਹੀ ਹੈ। ਪੁਰਾਤਨ ਤੰਤੀ ਸਾਜ਼ ਦੇ ਦੁਆਰਾ ਕੀਰਤਨ ਕਰਨ ਦੀ ਇੱਕ ਚੰਗਾ ਰੁਝਾਨ ਹੈ ਗੁਰਮਤਿ ਸੰਗੀਤ ਦੀ ਤਰੱਕੀ ਦਾ। ਜੋ ਸਾਡੇ ਪੁਰਾਤਨ ਸਾਜ਼ ਹਨ ਉਹਨਾਂ ਸਾਜ਼ਾਂ ਦੁਆਰਾ ਇਹ ਭੁਜੰਗੀ ਸਿੰਘ ਕੀਰਤਨ ਦੀ ਹਾਜ਼ਰੀ ਭਰ ਰਹੇ ਸਨ। ਤਾਊਸ ਤੇ ਰਬਾਬ। ਰਬਾਬ ਦੀ ਵਰਤੋਂ ਜਗਤ ਗੁਰੂ ਗੁਰੂ ਨਾਨਕ ਸਾਹਿਬ ਜੀ ਕਰਦੇ ਰਹੇ ਹਨ। ਰਬਾਬ ਇੱਕ ਐਸਾ ਸਾਜ਼ ਹੈ ਇਹਦੇ ਵਿੱਚ ਨਾਲ ਨਾਲ ਰਿਦਮ ਵੀ ਹੈ, ਯਾਨੀ ਕਿ ਇਹ ਤਬਲੇ ਦਾ ਕੰਮ ਵੀ ਵਿੱਚੇ ਕਰਦੀ ਹੈ। ਜੇ ਕੱਲੀ ਰਬਾਬ ਨਾਲ ਕੀਰਤਨ ਕਰਨਾ ਹੋਵੇ ਤੇ ਜੋੜੀ ਨਾ ਵੀ ਹੋਵੇ ਇਹਦੇ ਵਿੱਚੋਂ ਰਿਦਮ ਮਿਲੀ ਜਾਂਦੀ। ਦੂਸਰਾ ਜਿਹੜਾ ਸਿੰਘਾਂ ਦੇ ਹੱਥ ਵਿੱਚ ਸਾਜ਼ ਸੀ ਉਹਨੂੰ ਤਾਊਸ ਕਹਿੰਦੇ ਆ। ਤਾਊਸ ਦਾ ਮਤਲਬ ਹੁੰਦਾ ਮੋਰ, ਜਿਹਦੀ ਆਵਾਜ਼ ਗੱਜ ਫੇਰਿਆ ਮੋਰ ਵਾਂਗੂ ਆਵੇ। ਇਹ ਜਿਹੜਾ ਤਾਊਸ ਸਾਜ਼ ਆ ਇਹ ਕਲਗੀਧਰ ਸਵਾਮੀ ਜੀ ਵਰਤਦੇ ਸਨ ਕੀਰਤਨ ਰੂਪ ਵਿੱਚ। ਰੱਬੀ ਬਾਣੀ ਦਾ ਕੀਰਤਨ ਆਪ ਜੀ ਨੇ ਸਰਵਣ ਕੀਤਾ ਹੈ। ਲੜੀਵਾਰ ਗੁਰ ਇਤਿਹਾਸ ਦੀ ਪਵਿੱਤਰ ਅੰਮ੍ਰਿਤ ਕਥਾ ਸਰਵਣ ਕਰਨ ਵਾਸਤੇ ਗੁਰੂ ਚਰਨਾਂ 'ਚ ਆਪ ਜੀ ਜੁੜ ਬੈਠੇ। ਗਰੀਬ ਨਵਾਜ ਸਾਹਿਬ ਜੀ ਦੇ ਤਨ ਤੇ ਗੁੱਲ ਖਾਂ ਵੱਲੋਂ ਕੀਤੇ ਹੋਏ ਕਟਾਰ ਦੇ ਵਾਰ ਨਾਲ ਜ਼ਖਮ ਹੋਇਆ। ਉਹ ਜ਼ਖਮ ਪਹਿਲਾਂ ਸਿੰਘਾਂ ਨੇ ਆਪਣੇ ਵੱਲੋਂ ਉਹਨੂੰ ਸੀਤਾ ਹੈ, ਟਾਂਕੇ ਲਾਏ ਹਨ। ਬਹਾਦਰ ਸ਼ਾਹ ਨੂੰ ਪਤਾ ਲੱਗਾ, ਉਹਨੇ 2 ਜਰਾ ਉਹ ਗੁਰੂ ਸਾਹਿਬ ਜੀ ਦੇ ਕੋਲ ਭੇਜੇ। ਬੜੇ ਸਿਆਣੇ ਜਰਾ ਸਨ। ਉਹਨਾਂ ਨੇ ਆ ਕੇ ਕਲਗੀਧਰ ਦੇ ਉਸ ਜ਼ਖਮ ਨੂੰ ਵੇਖ ਕੇ ਚੰਗੀ ਵਧੀਆ ਮਲਮ ਬਣਾ ਕੇ ਸਤਿਗੁਰਾਂ ਦੇ ਜ਼ਖਮ ਤੇ ਮਲਮ ਲਾ ਕੇ ਕੁਝ ਦਿਨਾਂ ਵਿੱਚ ਜ਼ਖਮ ਨਰੋਆ ਕੀਤਾ। 15 ਕੁ ਦਿਨ ਸਤਿਗੁਰਾਂ ਦੇ ਕੋਲ ਹੀ ਰਹੇ ਤੇ ਸਤਿਗੁਰੂ ਜੀ 15ਵੇਂ ਦਿਨ ਤਿਆਰ ਹੋ ਗਏ। ਜ਼ਖਮ ਤਕਰੀਬਨ ਉੱਤੋਂ ਮਿਚ ਗਿਆ। ਇਸ਼ਨਾਨ ਪਾਨ ਕਰਕੇ ਮਹਾਰਾਜ ਜੀ ਤਖਤ ਤੇ ਸੁਭਾਏਮਾਨ ਹੋ ਕੇ ਸਿੰਘਾਂ ਨੂੰ ਸੰਤਾਂ ਸੰਗਤਾਂ ਨੂੰ ਦਰਸ਼ਨ ਦਿਦਾਰੇ ਦੇ ਕੇ ਕਿਰਤਾਰਥ ਕਰਨ ਲੱਗੇ। ਤਾਂ ਉਸ ਵਕਤ ਇੱਕ ਸਿੱਖ ਨੇ ਕਾਰੀਗਰਾਂ ਨੇ 2 ਬੜੀਆਂ ਕੀਮਤੀ ਕਮਾਣਾ ਮੋਟੀ ਪੱਟੀ ਵਾਲੀਆਂ ਸਤਿਗੁਰਾਂ ਦੇ ਚਰਨਾਂ 'ਚ ਲਿਆ ਕੇ ਭੇਟ ਕੀਤੀਆਂ। 9 ਟੰਕੇ ਤਨਖ ਨੇ। ਸਤਿਗੁਰੂ ਜੀ ਆਪਣੇ ਨੇੜੇ ਸ਼ਸਤਰਾਂ ਨੂੰ ਉੱਚੇ ਪਲੰਘੇ ਤੇ ਸਜਾਉਂਦੇ ਨੇ, ਉਹਨਾਂ ਦੀ ਸੇਵਾ ਟਹਿਲ ਕਰਦੇ ਨੇ। ਉਹਦੇ ਵਿੱਚ ਉਹ ਕਮਾਨਾਂ ਰੱਖ ਦਿੱਤੀਆਂ ਔਰ ਸਿੰਘਾਂ ਨੂੰ ਸੰਗਤ ਨੂੰ ਦਰਸ਼ਨ ਦਿਦਾਰੇ ਦੇ ਕੇ ਕਿਰਤਾਰਥ ਕਰ ਰਹੇ ਨੇ। ਦਇਆਨਿਧ ਸਵਾਮੀ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਦੇ ਦੀਦਾਰ ਕਰਨ ਲਈ
ਬੇਅੰਤ ਸੰਗਤ ਆਰੀ ਗੁਰਦੇਵ ਨੇ ਹੁਕਮ ਕੀਤਾ ਹੈ ਇੱਕ ਸੁੰਦਰ ਤੰਬੂ ਤੇ ਕਨਾਤਾਂ ਤਾਣ ਦਿੱਤੀਆਂ ਜਾਣ। ਤਖ਼ਤ ਸਾਹਿਬ ਵਾਲੇ ਅਸਥਾਨ ਦੇ ਉੱਤੇ ਤੰਬੂ ਤਾਣ ਦਿੱਤਾ ਗਿਆ, ਚਾਰੇ ਪਾਸੇ ਕਨਾਤਾਂ ਲਾ ਦਿੱਤੀਆਂ। ਸਿੰਘਾਂ ਨੂੰ ਕਿਹਾ ਪਹਿਰੇ ਤੇ ਰਹਿਣਾ, ਇੱਕ ਪਹਿਰ ਤੱਕ ਪਹਿਰੇ ਤੇ ਖਲੋਤੇ ਰਹਿਣਾ, ਕਿਸੇ ਨੂੰ ਅੰਦਰ ਨਹੀਂ ਆਉਣ ਦੇਣਾ। ਇਹ ਕਹਿ ਕੇ ਸਤਿਗੁਰੂ ਜੀ ਉਸ ਤੰਬੂ ਦੇ ਅੰਦਰ ਪ੍ਰਵੇਸ਼ ਕਰ ਗਏ ਹਨ ਔਰ ਪਦਮ ਆਸਣ ਲਾ ਕੇ ਸਾਹਿਬ ਜੀ ਬੈਠੇ ਨੇ। ਆਓ ਇੱਥੇ ਤਾਈਂ ਆਪ ਜੀ ਨੇ ਗੁਰੂ ਕਥਾ ਸਰਵਣ ਕੀਤੀ ਸੀ, ਇੱਥੋਂ ਅੱਗੇ ਗੁਰੂ ਇਤਿਹਾਸ ਦੀ ਕਥਾ ਦੀ ਲੜੀ ਪ੍ਰਾਰੰਭ ਕਰੀਏ। ਕਲਗੀਧਰ ਜੀ ਦੇ ਪਵਿੱਤਰ ਚਰਨਾਂ ਦਾ ਧਿਆਨ ਆਪਣੇ ਹਿਰਦਿਆਂ ਵਿੱਚ ਧਾਰਨ ਕਰਦੇ ਹੋਇਆਂ ਆਪ ਦੇ ਜੀਵਨ ਤੇ ਰਸਨਾ ਦੇ ਕਲਿਆਣ ਨਮਿਤ ਆਖੀਏ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਚੌਪਈ ਸੁੰਦਰ ਤੰਬੂ ਇੱਕ ਲਗਵਾਇਓ। ਕਲਗੀਧਰ ਜੀ ਨੇ ਸਿੰਘਾਂ ਨੂੰ ਖਾਲਸੇ ਨੂੰ ਹੁਕਮ ਕਰਕੇ ਆਪਣੇ ਵਾਸਤੇ ਇੱਕ ਸੁੰਦਰ ਤੰਬੂ ਤਖ਼ਤ ਸਾਹਿਬ ਵਾਲੇ ਸਥਾਨ ਤੇ ਲਵਾਇਆ ਹੈ। ਬੀਚ ਦੋ ਚੋਬੇ ਸਥਿਤ ਸੁਹਾਇਓ। ਤੰਬੂ ਦੇ ਵਿੱਚ ਦੋ ਚੋਬਾਂ ਜਿਹੜੀਆਂ ਨੇ ਉਹ ਲਾਈਆਂ ਨੇ ਤੰਬੂ ਨੂੰ ਖੜਿਆ ਕਰਨ ਵਾਸਤੇ ਔਰ ਬੜੇ ਸੋਹਣੇ ਢੰਗ ਦੇ ਨਾਲ ਤੰਬੂ ਤਾਣਿਆ ਹੈ। ਜੋਂ ਦਿਸ਼ ਮੈਂ ਕਨਾਤ ਤਨਵਾਈ। ਤੰਬੂ ਦੇ ਚਾਰੇ ਪਾਸੇ ਸਤਿਗੁਰਾਂ ਨੇ ਹੁਕਮ ਕਰਕੇ ਕਨਾਤਾਂ ਲਵਾ ਦਿੱਤੀਆਂ ਤਾਂ ਜੋ ਤੰਬੂ ਦੇ ਅੰਦਰ ਕੀ ਵਰਤ ਰਿਹਾ ਕੀ ਹੋ ਰਿਹਾ ਉਹ ਬਾਹਰ ਨਾ ਦਿਸੇ। ਤੋ ਤੰਬੂ ਦੇ ਚਾਰੇ ਪਾਸੇ ਮਹਾਰਾਜ ਜੀ ਨੇ ਕਨਾਤਾਂ ਤਣਵਾ ਦਿੱਤੀਆਂ ਹਨ। ਰੰਗਾ ਰੰਗ ਫਰਸ਼ ਛਿਤ ਛਾਈ। ਔਰ ਉਸ ਤੰਬੂ ਦੇ ਅੰਦਰ ਕਈ ਤਰ੍ਹਾਂ ਦੇ ਰੰਗਾਂ ਦੇ ਜਿਹੜੇ ਗਲੀਚੇ ਨੇ ਵਿਛਾਈ ਹੈ, ਉਹ ਬੜੇ ਸੋਹਣੇ ਢੰਗ ਦੇ ਵਧੀਆ ਗਲੀਚੇ ਜਿਹੜੇ ਰੰਗ ਰੰਗ ਦੇ ਉਹ ਵਿਛਾਏ ਹਨ। ਬੀਚ ਪ੍ਰਵੇਸ਼ ਪਏ ਤੇ ਸਜਾਏ। ਜਦੋਂ ਤੰਬੂ ਲੱਗ ਗਿਆ ਸਤਿਗੁਰਾਂ ਦਾ ਆਸਣ ਵੀ ਅੰਦਰ ਲੱਗ ਗਿਆ ਤੋ ਸਾਰੇ ਸਿੰਘਾਂ ਨੂੰ ਮਹਾਰਾਜ ਸੱਚੇ ਪਾਤਸ਼ਾਹ ਕਹਿ ਕੇ ਵੀ ਸਾਰਿਆਂ ਨੇ ਬਾਹਰ ਪਹਿਰੇ ਤੇ ਰਹਿਣਾ, ਤੰਬੂ ਦੇ ਨੇੜੇ ਨਹੀਂ ਆਉਣਾ, ਕਿਸੇ ਦੇ ਨਾ ਕਿਸੇ ਨੂੰ ਆਉਣ ਦੇਣਾ ਜਦੋਂ ਤੱਕ ਸਾਡੀ ਆਗਿਆ ਨਾ ਹੋਵੇ। ਤੋ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਉੱਠ ਕੇ ਆਪਣੇ ਆਸਣ ਤੋਂ ਤੰਬੂ ਦੇ ਅੰਦਰ ਗਏ ਹਨ। ਰਚਕ ਦੂਰ ਦੂਰ ਬੈਠਾਏ। ਜਿਹੜੇ ਪਹਿਰੇ ਤੇ ਸਿੰਘ ਸਨ ਉਹਨਾਂ ਨੂੰ ਦੂਰ ਦੂਰ ਬਿਠਾ ਦਿੱਤਾ ਕਿ ਤੰਬੂ ਦੇ ਨੇੜੇ ਵੀ ਨਾ ਹੋਣ, ਜੇ ਕੋਈ ਗੱਲਬਾਤ ਕਰੇ ਤੇ ਅੰਦਰ ਆਵਾਜ਼ ਨਾ ਆਵੇ। ਥੋੜਾ ਜਿਹਾ ਦੂਰੀ ਦੇ ਉੱਤੇ ਜਿਹੜੇ ਰੱਛਕ ਨੇ ਪਹਿਰੇਦਾਰ ਨੇ ਉਹ ਬਿਠਾਏ ਹਨ। ਜਾਮ ਏਕ ਲਗ ਥਿਰਿਓ ਖਰੇ। ਹੁਕਮ ਕੀਤਾ ਸੀ ਸਤਿਗੁਰਾਂ ਨੇ ਵੀ ਇੱਕ ਪਹਿਰ ਤੱਕ ਸਾਰਿਆਂ ਨੇ ਪਹਿਰੇ ਤੇ ਰਹਿਣਾ, ਬਾਹਰ ਪਹਿਰੇ ਦੇ ਉੱਤੇ ਤਿਆਰ ਬਰ ਤਿਆਰ ਹੋ ਕੇ ਖਲੋਣਾ। ਅੰਤਰ ਨੇ ਪ੍ਰਵੇਸ਼ ਕੋ ਕਰੇ। ਜਾਂਦਿਆਂ ਇਹ ਵੀ ਹੁਕਮ ਕਰ ਗਏ ਨੇ ਸਤਿਗੁਰੂ ਜੀ ਕਿ ਅੰਦਰ ਕੋਈ ਪ੍ਰਵੇਸ਼ ਨਾ ਕਰੇ, ਸਾਡੇ ਪਿੱਛੇ ਅੰਦਰ ਤੰਬੂ ਵਿੱਚ ਨਾ ਕੋਈ ਆਵੇ, ਬਾਹਰ ਦੂਰ ਦੂਰ ਹੋ ਕੇ ਸਾਰੇ ਪਹਿਰੇ ਤੇ ਖਲੋਵੋ। ਇੱਕ ਪਹਿਰ ਤੱਕ ਸਾਰਿਆਂ ਨੇ ਪਹਿਰੇ ਤੇ ਖਲੋਣਾ ਔਰ ਕਿਸੇ ਨੇ ਨਾ ਆਪ ਅੰਦਰ ਆਉਣਾ ਤੇ ਨਾ ਕਿਸੇ ਦੂਸਰੇ ਨੂੰ ਅੰਦਰ ਆਉਣ ਦੇਣਾ। ਇਮ ਕਰਕੇ ਚੌਂ ਦਿਸ਼ ਤਕਰਾਈ। ਏਦਾਂ ਚਾਰੇ ਪਾਸੇ ਚੰਗੀ ਤਰ੍ਹਾਂ ਤਕੜਾਈ ਕਰਕੇ ਆਪ ਸਥਿਰ ਪੇ ਬੀਚ ਗੁਸਾਈ। ਆਪ ਕਲਗੀਧਰ ਜਗਤ ਗੁਰੂ ਸਵਾਮੀ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਉਸ ਤੰਬੂ ਦੇ ਅੰਦਰ ਸੋਹਣੇ ਆਸਣ ਤੇ ਜਿੱਥੇ ਮਹਾਰਾਜ ਜੀ ਦਾ ਆਸਣ ਅੰਦਰ ਲੱਗਾ ਹੋਇਆ ਸੀ, ਤੰਬੂ ਦੇ ਅੰਦਰ ਜਾ ਕੇ ਸਤਿਗੁਰੂ ਜੀ ਸਥਿਤ ਹੋ ਗਏ ਹਨ। ਦੋ ਵਾਰ ਸਤਿਗੁਰਾਂ ਨੇ ਆਪਣੇ ਜੀਵਨ ਵਿੱਚ ਇਹ ਖੇਡ ਵਰਤਾਈ ਹੈ ਜਿਹੜਾ ਪਰਦਾ ਰੱਖਿਆ। ਇੱਕ ਵਾਰ ਜਦੋਂ ਖਾਲਸੇ ਦੀ ਸਾਜਨਾ ਕੀਤੀ ਆ ਤਖਤ ਕੇਸਗੜ੍ਹ ਸਾਹਿਬ ਤੇ ਉੱਥੇ ਵੀ ਸਤਿਗੁਰਾਂ ਤੰਬੂ ਲਵਾਇਆ ਸੀ। ਤੰਬੂ ਦੇ ਅੰਦਰ ਮਹਾਰਾਜ ਜੀ ਦੀ ਲੀਲਾ ਕੀ ਵਰਤੀ ਸਾਹਿਬ ਜਾਣਦੇ ਨੇ। ਦੂਸਰੀ ਵਾਰ ਜਦੋਂ ਸਤਿਗੁਰੂ ਜੋਤੀ ਜੋਤ ਸਮਾਏ ਨੇ ਤਖਤ ਸਾਹਿਬ ਵਾਲੇ ਸਥਾਨ ਤੇ, ਉਹ ਚਿਖਾ ਵੀ ਤੰਬੂ ਦੇ ਅੰਦਰ ਹੀ ਮਹਾਰਾਜ ਜੀ ਨੇ ਲਵਾਈ ਸੀ, ਆਲੇ ਦੁਆਲੇ ਕਨਾਤਾਂ ਤਾਣੀਆਂ ਸਨ। ਤੋ ਇਹ ਸਤਿਗੁਰੂ ਸੱਚੇ ਪਾਤਸ਼ਾਹ ਗੁਰੂ ਕਲਗੀਧਰ ਜੀ ਦੀ ਆਪਣੀ ਲੀਲਾ ਹੈ। ਇਹ ਸਤਿਗੁਰੂ ਜੀ ਜਾਣਦੇ ਨੇ ਉਹਨਾਂ ਦੀ ਕੀ ਖੇਡ ਹੈ। ਤੋ ਇੱਥੇ ਅੱਜ ਤੰਬੂ ਲਵਾਇਆ, ਤੰਬੂ ਦੇ ਅੰਦਰ ਜਾ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਆਪਣੇ ਆਸਣ ਤੇ
ਸਥਿਤ ਹੋਏ ਨੇ, ਪਦਮ ਆਸਣ ਲਾ ਕੇ ਬੈਠੇ ਹਨ। ਤਿਸ ਛਿਨ ਦਮ ਕੇ ਉਮੈਦ ਆਕਾਸ਼ਾ। ਜਦੋਂ ਸਤਿਗੁਰੂ ਜੀ ਆਸਣ ਤੇ ਬੈਠੇ ਨੇ, ਨੇਤਰ ਮੁੰਦਰਤ ਨੇ ਕਲਗੀਧਰ ਪਾਤਸ਼ਾਹ ਦੇ, ਇੱਕਦਮ ਆਕਾਸ਼ ਦੇ ਵਿੱਚ ਬੜਾ ਵੱਡਾ ਪ੍ਰਕਾਸ਼ ਹੋਇਆ। ਇੱਕਦਮ ਜਿਵੇਂ ਕੋਈ ਬਿਜਲੀ ਨਹੀਂ ਚਮਕਦੀ ਹੁੰਦੀ, ਏਦਾਂ ਆਕਾਸ਼ ਦੇ ਵਿੱਚ ਇੱਕਦਮ ਬੜੀ ਵੱਡੀ ਭਾਰੀ ਰੌਸ਼ਨੀ ਹੋਈ। ਪਿਕੀਅਤ ਪਏ ਵਿਸਾਲ ਪ੍ਰਕਾਸ਼ਾ। ਬਾਹਰ ਜਿਹੜੇ ਸਿੰਘ ਨੇ ਉਹਨਾਂ ਨੂੰ ਨਜ਼ਰ ਆ ਰਿਹਾ ਵੀ ਇਹ ਰੋਸ਼ਨੀ ਕਿਸ ਤਰ੍ਹਾਂ ਦੀ ਹੈ, ਅਜੀਬੋ ਗਰੀਬ ਰੋਸ਼ਨੀ ਸੀ। ਇੱਕਦਮ ਬੜਾ ਜ਼ਿਆਦਾ ਪ੍ਰਕਾਸ਼ ਹੋਇਆ, ਵੇਖਿਆ ਦੋਏ ਪੁਰਖ ਉਤਰੇ ਤਰ ਆਏ। ਉਸ ਪ੍ਰਕਾਸ਼ ਦੇ ਦੁਆਰਾ ਦੋ ਪੁਰਖ ਮਹਾਰਾਜ ਗੁਰੂ ਕਲਗੀਧਰ ਪਾਤਸ਼ਾਹ ਜੀ ਦੇ ਕੋਲ ਆਣ ਕੇ ਉਤਰੇ ਹਨ। ਉਹ ਬਾਹਰ ਸਿੰਘਾਂ ਨੂੰ ਨਹੀਂ ਪਤਾ ਕਿ ਦੋ ਪੁਰਖ, ਉਹਨਾਂ ਨੂੰ ਕੱਲਾ ਪ੍ਰਕਾਸ਼ ਦਿਸਿਆ, ਹੋਰ ਨਹੀਂ ਉਹਨਾਂ ਨੂੰ ਕੁਝ ਪਤਾ। ਉਸ ਪ੍ਰਕਾਸ਼ ਦੇ ਦੁਆਰਾ ਦੋ ਨਰ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਦੇ ਸਨਮੁਖ ਆ ਕੇ ਹਾਜ਼ਰ ਹੋਏ। ਗੁਰ ਦਰਸ਼ਨ ਕਰ ਸੀਸ ਨਿਵਾਏ। ਸਤਿਗੁਰਾਂ ਦੇ ਦਰਸ਼ਨ ਕਰਕੇ ਉਹਨਾਂ ਦੋਨਾਂ ਨਰਾਂ ਨੇ ਬੜੇ ਅਦਬ ਨਾਲ, ਬੜੇ ਸਤਿਕਾਰ ਨਾਲ ਕਲਗੀਧਰ ਜੀ ਦੇ ਚਰਨਾਂ ਵਿੱਚ ਸੀਸ ਝੁਕਾ ਕੇ ਡੰਡਵਤ ਪ੍ਰਣਾਮ ਕੀਤੀ ਹੈ, ਨਮਸਕਾਰ ਕੀਤੀ ਹੈ। ਸਾਦਰ ਕਹਿ ਕਰ ਨਿਕਟ ਬਿਠਾਰੇ। ਸਤਿਗੁਰੂ ਜੀ ਨੇ ਇਹਨਾਂ ਦੋਨਾਂ ਦੀ ਨਮਸਕਾਰ ਨੂੰ ਸਵੀਕਾਰ ਕਰਦਿਆਂ ਇਹਨਾਂ ਦਾ ਸਤਿਕਾਰ ਕਰਕੇ ਇਹਨਾਂ ਨੂੰ ਆਪਣੇ ਨੇੜੇ ਬਿਠਾਇਆ। ਕੁਸ਼ਲ ਅਖਿਲ ਕੇ ਬਾਕ ਉਚਾਰੇ। ਕੁਝ ਕੁਸ਼ਲ ਪ੍ਰਸੰਨਤਾ ਦੇ ਬਚਨ ਬਿਲਾਸ ਇਹਨਾਂ ਦੋਨਾਂ ਨਰਾਂ ਦੇ ਨਾਲ ਸਤਿਗੁਰਾਂ ਦੇ ਹੋਏ। ਤਿਨੋਂ ਪਤਰਿਕਾ ਦਈ ਨਿਕਾਸ। ਇਹਨਾਂ ਦੇ ਕੋਲ ਇੱਕ ਪੱਤਰਕਾ ਹੈ, ਚਿੱਠੀ ਜਿਹਨੂੰ ਆਪਾਂ ਕਹਿ ਸਕਦੇ ਹਾਂ, ਉਹ ਇੱਕ ਪੱਤਰਕਾ ਹੈ। ਉਹ ਪੱਤਰਕਾ ਇਹਨਾਂ ਦੋਨਾਂ ਨਰਾਂ ਨੇ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਨੂੰ ਭੇਟ ਕੀਤੀ। ਗ੍ਰਹਿਣ ਕਰੀ ਕਰ ਮਾਏ ਹੁਲਾਸ। ਉਹ ਪੱਤਰਕਾ ਗੁਰੂ ਕਲਗੀਧਰ ਜੀ ਨੇ ਆਪਣੇ ਹੱਥਾਂ 'ਚ ਫੜੀ ਤੇ ਬੜੇ ਖੁਸ਼ ਨੇ ਸਤਿਗੁਰੂ ਜੀ, ਬੜੇ ਪ੍ਰਸੰਨ ਨੇ। ਉਹ ਚਿੱਠੀ ਹੱਥ ਵਿੱਚ ਪੱਤਰਕਾ ਪਕੜ ਕੇ ਮਾਨੋ ਮਹਾਰਾਜ ਜੀ ਨੂੰ ਖੁਸ਼ੀ ਆ ਗਈ ਹੋਵੇ, ਇੰਨੀ ਖੁਸ਼ੀ ਸਤਿਗੁਰਾਂ ਨੂੰ ਹੋਈ। ਤਤ ਚਿਨ ਖੋਲ ਭਲੀ ਬਿਦ ਹੇਰੇ। ਉਸ ਪੱਤਰਕਾ ਨੂੰ ਖੋਲ ਕੇ ਮਹਾਰਾਜ ਜੀ ਨੇ ਜਦੋਂ ਉਸ ਨੂੰ ਵੇਖਿਆ, ਅਮਰਾਵਤੀ ਬਰਣ ਜਿਸ ਕੇਰੇ। ਉਸ ਪੱਤਰਕਾ ਵਿੱਚ ਨਿਰੰਕਾਰ ਦੀ ਬਾਣੀ ਲਿਖੀ ਹੋਈ ਹੈ। ਨਿਰੰਕਾਰ ਦਾ ਜਿਹੜਾ ਹੁਕਮ ਹੈ ਉਹ ਲਿਖਿਆ ਹੋਇਆ ਹੈ। ਪੜ ਕਰ ਸਮਝੇ ਸਰਬ ਬਿਰਤੰਤ। ਉਹ ਹੁਕਮ ਚਿੱਠੀ ਵਿੱਚ ਪੱਤਰਕਾ ਵਿੱਚ ਸਤਿਗੁਰੂ ਜੀ ਨੇ ਪੜ੍ਹਿਆ, ਪੜ ਕੇ ਸਾਰਾ ਬਿਰਤਾਂਤ ਮਹਾਰਾਜ ਜੀ ਸਮਝੇ ਹਨ। ਤਿੰਨ ਸਨ ਬਾਤ ਕਰੀ ਭਗਵੰਤ। ਉਹ ਜਿਹੜੇ ਦੋ ਨਰ ਆਏ ਨੇ ਉਹਨਾਂ ਪ੍ਰਤੀ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਬੋਲੇ ਬਾਜਾਂ ਵਾਲੇ ਸਾਹਿਬ ਕਹਿਣ ਲੱਗੇ, ਪ੍ਰਭ ਜੀ ਅਬ ਬੈਕੁੰਠ ਸਿਧਾਰੋ। ਕਹਿਣ ਲੱਗੇ ਹੈ ਪ੍ਰਭੂ। ਉਹ ਫਿਰ ਸਤਿਗੁਰਾਂ ਨੂੰ ਕਹਿਣ ਲੱਗੇ ਦੋਵੇਂ ਨਰ, ਮਹਾਰਾਜ ਜੀ ਨੂੰ ਕਹਿੰਦੇ ਸਤਿਗੁਰੂ ਜੀ ਆਪ ਜੀ ਹੁਣ ਬੈਕੁੰਠ ਚੱਲੋ, ਸੱਚਖੰਡ ਚੱਲੋ ਜਿੱਥੇ ਆਪ ਜੀ ਦਾ ਨਿਵਾਸ ਹੈ। ਕਾਰਜ ਇਹਾਂ ਲੀਨ ਕਰ ਸਾਰੋ। ਆਪ ਜੀ ਨੂੰ ਜਿਸ ਕਾਰਜ ਲਈ ਨਿਰੰਕਾਰ ਅਕਾਲ ਪੁਰਖ ਜੀ ਨੇ ਭੇਜਿਆ ਸੀ, ਉਹ ਕਾਰਜ ਆਪ ਜੀ ਨੇ ਮਾਤ ਲੋਕ ਦੀ ਧਰਤੀ ਤੇ ਕਰ ਲਿਆ ਹੈ। ਜੇ ਕਰ ਰਹਿਬੋ ਚਾਹੋ ਕਿਰਪਾਲਾ। ਇਹ ਨਹੀਂ ਵੀ ਅਸੀਂ ਕਹਿਣ ਆਏ ਆ ਵੀ ਤੁਸੀਂ ਚੱਲੋ, ਅਸੀਂ ਹੁਕਮ ਨਹੀਂ ਕਰਨ ਆਏ। ਜੇ ਜਾਣਾ ਚਾਹੁੰਦੇ ਹੋ ਤੇ ਤੁਹਾਡੀ ਇੱਛਾ, ਜੇ ਤੁਹਾਡੀ ਇੱਛਾ ਇੱਥੇ ਰਹਿਣ ਦੀ ਹੈ ਤਾਂ ਆਪ ਜੀ ਰਹੋ। ਪਰ ਜਿਹੜਾ ਕਾਰਜ ਆਪ ਜੀ ਨੇ ਕਰਨਾ ਸੀ, ਜਿਸ ਕਾਰਜ ਨੂੰ ਅਕਾਲ ਪੁਰਖ ਜੀ ਨੇ ਆਪ ਜੀ ਨੂੰ ਭੇਜਿਆ ਸੀ, ਜਿਹਦੇ ਬਾਰੇ ਖੁਦ ਗੁਰੂ ਕਲਗੀਧਰ ਸਵਾਮੀ ਜੀ ਲਿਖਦੇ ਨੇ ਕਿ ਅਕਾਲ ਪੁਰਖ ਜੀ ਨੇ ਸਾਨੂੰ ਇਸ ਮਾਤ ਲੋਕ ਦੀ ਧਰਤੀ ਤੇ ਖਾਲਸੇ ਪੰਥ ਦੀ ਸਾਜਨਾ ਲਈ ਭੇਜਿਆ, ਧਰਮ ਚਲਾਉਣ ਵਾਸਤੇ ਤੇ ਦੁਸ਼ਟਾਂ ਤੇ ਦੋਖੀਆਂ ਦੀਆਂ ਜੜ੍ਹਾਂ ਪੁੱਟਣ ਵਾਸਤੇ ਭੇਜਿਆ। ਉਹ ਕਾਰਜ ਗੁਰੂ ਕਲਗੀਧਰ ਜੀ ਨੇ ਆਪ ਕਰ ਲਿਆ ਹੈ ਇਸ ਧਰਤੀ ਤੇ। ਇਸ ਕਰਕੇ ਕਹਿੰਦੇ ਮਹਾਰਾਜ, ਜੇ ਆਪ ਜੀ ਵਾਪਸ ਆਪਣੇ ਨਿਜ ਘਰ ਵਿੱਚ ਆਉਣਾ ਚਾਹੁੰਦੇ ਹੋ, ਨਿਰੰਕਾਰ ਦੇ ਨਿਰਾਕਾਰ ਸਰੂਪ ਵਿੱਚ, ਆਪਣੇ ਹੀ ਨਿਰਾਕਾਰ ਸਰੂਪ ਵਿੱਚ ਸਮਾਣਾ ਚਾਹੁੰਦੇ, ਆਪ ਜੀ ਦੀ ਇੱਛਾ ਹੈ। ਜੇ ਇੱਥੇ ਠਹਿਰਨਾ ਚਾਹੁੰਦੇ ਹੋ ਤਾਂ ਵੀ ਆਪ ਜੀ ਦੀ ਇੱਛਾ ਹੈ। ਰਹੋ ਤਰਾਤਲ ਕਰੋ ਨਿਹਾਲਾ। ਜੇ ਇਸ ਧਰਤੀ ਦੇ ਤਲ ਤੇ ਰਹਿਣਾ ਤਾਂ ਇੱਥੇ ਰਹਿ ਕੇ ਵੀ ਆਪ ਜੀ ਜੀਵਾਂ ਨੂੰ ਨਿਹਾਲ ਕਰੋ। ਹੁਕਮ ਅਕਾਲ ਪੁਰਖ ਕੋ ਕਹਿਓ। ਅਸੀਂ ਤਾਂ ਅਕਾਲ ਪੁਰਖ ਜੀ ਦਾ ਜਿਹੜਾ ਸੁਨੇਹਾ ਹੈ, ਹੁਕਮ ਹੈ,
ਉਹ ਆਪ ਜੀ ਨੂੰ ਕਹਿ ਸੁਣਾਇਆ। ਅੱਗੇ ਆਪ ਜੀ ਦੀ ਇੱਛਾ, ਚੱਲਣਾ ਤਾਂ ਤੁਹਾਡੀ ਇੱਛਾ ਹੈ, ਰਹਿਣਾ ਇੱਥੇ ਧਰਾਤਲ ਤੇ ਜੀਵਾਂ ਦੇ ਕਲਿਆਣ ਵਾਸਤੇ ਤੇ ਤਾਂ ਵੀ ਤੁਹਾਡੀ ਇੱਛਾ ਹੈ। ਆਗੇ ਕਰੋ ਜਥਾ ਚਿਤ ਚਿਓ। ਅੱਗੇ ਆਪ ਜੀ ਦੀ ਆਪਣੀ ਸਵੈ ਇੱਛਾ ਹੈ, ਜੋ ਆਪ ਜੀ ਦੇ ਮਨ ਨੂੰ ਭਾਵੇ। ਹੇ ਸਤਿਗੁਰੂ ਜੀ, ਆਪ ਜੀ ਉਸੇ ਤਰ੍ਹਾਂ ਕਰੋ। ਕਰਤਾ ਪੁਰਖ ਅਕਾਲ ਕਿਰਪਾਲਾ। ਕਰਤਾ ਪੁਰਖ ਜੋ ਅਕਾਲ ਹੈ, ਸਾਰੇ ਸੰਸਾਰ ਤੇ ਕਿਰਪਾ ਕਰਨ ਵਾਲਾ ਮਹਾਕਾਲ ਅਕਾਲ ਪੁਰਖ ਹੈ। ਤਿਸ ਪਿਤ ਕੇ ਹੋ ਪੁੱਤਰ ਬਿਸਾਲਾ। ਉਹ ਤੁਹਾਡੇ ਪਿਤਾ ਨੇ, ਤੁਸੀਂ ਉਹਨਾਂ ਦੇ ਪੁੱਤਰ ਹੋ। ਅਕਾਲ ਪੁਰਖ ਜੀ ਤੁਹਾਡੇ ਪਿਤਾ ਨੇ, ਤੁਸੀਂ ਉਹਨਾਂ ਦੇ ਪੁੱਤਰ ਹੋ। ਅਕਾਲ ਪੁਰਖ ਦੇ ਤਨ ਤੋਂ ਪੈਦਾ ਹੋਏ। ਤਦੇ ਮਹਾਰਾਜ ਜੀ ਕਹਿੰਦੇ ਆ ਨਾ ਕਿ ਅਕਾਲ ਪੁਰਖ ਜੀ ਨੇ ਬਚਨ ਕਹੇ ਸਾਡੇ ਪ੍ਰਤੀ। ਅਕਾਲ ਪੁਰਖ ਬਾਚਿਸ ਕੀਟ ਪ੍ਰਤ। ਆਪਣੇ ਆਪ ਨੂੰ ਕਿੰਨੀ ਨਿਮਰਤਾ ਨਾਲ ਮਹਾਰਾਜ ਜੀ ਨੇ ਵਰਣਨ ਕੀਤਾ। ਅਕਾਲ ਪੁਰਖ ਬਾਚਿਸ ਕੀਟ ਪ੍ਰਤ। ਕੀਟ ਨਾਮ ਕੀੜੇ ਦਾ ਹੁੰਦਾ ਨਿਮਰਤਾ ਵਿੱਚ। ਕੀ ਕਿਹਾ ਅਕਾਲ ਪੁਰਖ ਨੇ? ਮੈਂ ਆਪਣਾ ਸੁਧ ਤੋਹੇ ਨਿਵਾਜਾ, ਪੰਥ ਪ੍ਰਚਰ ਕਰਵੇ ਕੋ ਸਾਜਾ। ਮੈਂ ਤੁਹਾਨੂੰ ਆਪਣਾ ਪੁੱਤਰ ਬਣਾ ਕੇ ਇਸ ਮਾਤ ਲੋਕ ਦੀ ਧਰਤੀ ਤੇ ਭੇਜਦਾ, ਜਾਓ ਪੰਥ ਦੀ ਸਾਜਨਾ ਕਰੋ। ਇਹ ਨਰ ਕਹਿ ਰਹੇ ਨੇ ਜਿਹੜੇ ਆਏ ਨੇ, ਹੇ ਸਾਹਿਬ ਜੀ ਤੁਸੀਂ ਅਕਾਲ ਪੁਰਖ ਦੇ ਪੁੱਤਰ ਹੋ। ਅਕਾਲ ਪੁਰਖ ਜੀ ਆਪ ਜੀ ਦੇ ਪਿਤਾ ਹਨ। ਦੁਸ਼ਟ ਤੁਰਕ ਕੀ ਜੜਾਂ ਉਖਾਰੀ। ਆਪ ਜੀ ਨੇ ਇਸ ਮਾਤ ਲੋਕ ਦੀ ਧਰਤੀ ਤੇ ਦੁਸ਼ਟ ਤੁਰਕੜਾ, ਔਰੰਗਾ, ਪਾਪੀ, ਉਹਦੀਆਂ ਜੜ੍ਹਾਂ ਆਪ ਜੀ ਨੇ ਪੁੱਟ ਦਿੱਤੀਆਂ ਹਨ। ਉਸ ਮਲੇਛ ਦੀਆਂ ਜੜ੍ਹਾਂ ਆਪ ਜੀ ਨੇ ਉਖਾੜ ਦਿੱਤੀਆਂ ਹਨ। ਪੰਥ ਖਾਲਸਾ ਉਤਪਤ ਭਾਰੀ। ਔਰ ਖਾਲਸਾ ਪੰਥ ਆਪ ਜੀ ਨੇ ਉਤਪੰਨ ਕੀਤਾ ਹੈ। ਖਾਲਸੇ ਪੰਥ ਦੀ ਉਤਪਤੀ ਕੀਤੀ ਹੈ ਮਹਾਰਾਜ ਆਪ ਜੀ ਨੇ। ਮਹਾਨ ਖਾਲਸੇ ਪੰਥ ਦੀ ਸਿਰਜਣਾ ਕੀਤੀ ਇਸ ਮਾਤ ਲੋਕ ਦੀ ਧਰਤੀ ਤੇ। ਸੂਦਾ ਮਾਰਗ ਜਗ ਬਿਸਤਾਰਾ। ਇਹ ਜੋ ਖਾਲਸਾ ਪੰਥ ਤੁਸੀਂ ਸਾਜਿਆ ਹੈ ਮਹਾਰਾਜ, ਇਹ ਸੂਦਾ ਮਾਰਗ ਹੈ, ਸਿੱਧਾ ਰਾਹ ਨਿਰੰਕਾਰ ਨੂੰ ਮਿਲਣ ਦਾ। ਇਹਦੇ 'ਚ ਕੋਈ ਵਲ ਵਿੰਗ ਨਹੀਂ ਹੈ, ਇਹਦੇ 'ਚ ਕੋਈ ਟੇਢ ਨਹੀਂ ਹੈ। ਇਹ ਸਿੱਧਾ ਸਰਲ ਜਿਹਾ ਰਾਹ ਹੈ ਅਕਾਲ ਪੁਰਖ ਜੀ ਦੇ ਘਰ ਨੂੰ ਜਾਣ ਦਾ। ਕਰਤਾ ਪੁਰਖ ਭਜਨ ਨਿਸਤਾਰਾ। ਕੇਵਲ ਕਰਤਾ ਪੁਰਖ ਵਾਹਿਗੁਰੂ ਦਾ ਭਜਨ ਹੈ ਜਿਹੜਾ ਇਸ ਜੀਵ ਦਾ ਪਾਰ ਉਤਾਰਾ ਕਰਦਾ ਹੈ। ਕਰ ਕਰ ਜੁਧ ਕ੍ਰੋਧ ਪਟ ਭਾਰੇ। ਯੁੱਧ ਕਰ ਕਰਕੇ ਜੰਗ ਦੇ ਮੈਦਾਨ 'ਚ ਵੱਡੇ ਭਾਰੀ ਵੀਰ ਰਸ ਦੇ ਨਾਲ ਵੱਡੇ ਵੱਡੇ ਜਿਹੜੇ ਮਲੇਛ ਸੂਰਮੇ ਸਨ, ਦੁਸ਼ਟ ਅਨਿਸ਼ਟੀ ਚੁਨ ਚੁਨ ਮਾਰੇ। ਉਹਨਾਂ ਦੁਸ਼ਟਾਂ ਅਨਿਸ਼ਟੀਆਂ ਨੂੰ ਆਪ ਜੀ ਨੇ ਚੁਣ ਚੁਣ ਕੇ ਰਣ ਭੂਮੀ 'ਚ ਜੰਗ ਦੇ ਮੈਦਾਨ ਵਿੱਚ ਮਾਰਿਆ ਹੈ। ਸੁਨ ਕਿਰਪਾਲ ਤਿਨ ਸੰਗੇ ਉਚਾਰੀ। ਜਦੋਂ ਇਹਨਾਂ ਨੇ ਇਸ ਤਰ੍ਹਾਂ ਬੇਨਤੀ ਕੀਤੀ, ਸੁਣ ਕੇ ਸਾਹਿਬ ਕਲਗੀਧਰ ਪਾਤਸ਼ਾਹ ਜੀ ਬੋਲੇ, ਹਮਨੇ ਕਰੀ ਅਗਰਈ ਤਿਆਰੀ। ਮਹਾਰਾਜ ਜੀ ਕਹਿੰਦੇ ਤੁਹਾਡੇ ਸੁਨੇਹੇ ਲਿਆਉਣ ਤੋਂ ਪਹਿਲਾਂ ਹੀ ਅਸੀਂ ਤਾਂ ਤਿਆਰੀ ਕਰ ਰੱਖੀ ਆ ਆਉਣ ਦੀ। ਖਾਲਸਾ ਜੀ, ਇਹ ਅਧਿਆਤਮਕ ਜਗਤ ਦੀ ਸੂਖਸ਼ਮ ਘਟਨਾ ਹੈ। ਮੇਰੇ ਸਾਹਿਬ ਆਪ ਨਿਰਾਕਾਰ ਰੂਪ ਹੀ ਹਨ। ਅਕਾਲ ਪੁਰਖ ਨੇ, ਅਕਾਲ ਪੁਰਖ ਦੇ ਤਨ ਤੋਂ ਪੈਦਾ ਹੋਏ ਅਕਾਲ ਪੁਰਖ ਦੇ ਪੁੱਤਰ ਨੇ। ਇਹ ਇੱਕ ਸੂਖਸ਼ਮ ਖੇਡ ਹੈ ਜਿਹੜੀ ਸੰਸਾਰ ਦੇ ਵਿੱਚ ਸਤਿਪੁਰਸ਼ਾਂ ਨਾਲ ਵਰਤਦੀ ਹੈ। ਜਿਹੜੇ ਸਾਧਨਾ ਸੰਪੰਨ ਗੁਰਮੁਖ ਪਿਆਰੇ ਹੁੰਦੇ ਆ, ਉਹ ਆਪਣੀ ਮੌਤ ਦੇ ਦਿਨ ਨੂੰ ਪਹਿਲੇ ਹੀ ਅਨੁਭਵ ਕਰਕੇ ਜਾਣ ਲੈਂਦੇ ਆ ਕਿ ਅਸੀਂ ਹੁਣ ਤਨ ਤਿਆਗ ਦੇਣਾ। ਏਦਾਂ ਦੇ ਸੁਨੇਹੇ ਉਹਨਾਂ ਨੂੰ ਪਹਿਲਾਂ ਪ੍ਰਾਪਤ ਹੋ ਜਾਂਦੇ। ਇੱਥੇ ਪ੍ਰਤੱਖ ਰੂਪ ਦੇ ਵਿੱਚ ਉਹ ਸੁਨੇਹਾ ਭਾਈ ਸਾਹਿਬ ਨੇ ਪ੍ਰਗਟ ਕਰਕੇ ਵਿਖਾਇਆ ਤਾਂ ਜੋ ਸਾਨੂੰ ਸਮਝ ਪੈ ਜਾਏ। ਹੈ ਸੂਖਮ ਤਰੰਗੀ ਖੇਡ ਸੂਖਮ ਬ੍ਰਹਿਮੰਡ ਦੇ ਵਿੱਚ ਕਿ ਰੱਬ ਦੇ ਪਿਆਰਿਆਂ ਨੂੰ ਇਹ ਪਹਿਲਾਂ ਇਲਹਾਮ ਹੋ ਜਾਂਦਾ ਹੈ ਕਿ ਅਸਾਂ ਨੇ ਹੁਣ ਆਪਣਾ ਤਨ ਤਿਆਗਣਾ, ਤਿਆਰੀ ਕਰ ਲਈ। ਉਹ ਇਹ ਜਾਣ ਲੈਂਦੇ। ਬਹੁਤ ਸਾਰੇ ਐਸੇ ਮਹਾਂਪੁਰਸ਼ ਮਹਾਤਮਾ ਸਿੱਖ ਸਮਾਜ ਦੇ ਵਿੱਚ ਹੋਏ ਨੇ ਜਿਨ੍ਹਾਂ ਨੇ ਆਪਣੀ ਮੌਤ ਦੇ ਦਿਨ ਤੋਂ ਕੁਝ ਸਮਾਂ ਪਹਿਲਾਂ ਦੱਸ ਦਿੱਤਾ, ਕੁਝ ਦਿਨ ਪਹਿਲਾਂ ਦੱਸ ਦਿੱਤਾ ਕਿ ਅਸੀਂ ਹੁਣ ਕੁਝ ਦਿਨਾਂ ਤਾਈਂ ਸਰੀਰ ਤਿਆਗਣਾ। ਕਿਵੇਂ ਪਤਾ ਲੱਗ ਜਾਂਦਾ ਉਹਨਾਂ ਨੂੰ? ਉਹ ਏਦਾਂ ਦੇ ਸੁਨੇਹੇ ਹੀ ਹੁੰਦੇ ਆ ਜਿਹੜੇ ਇੱਥੇ ਭਾਈ ਸਾਹਿਬ ਨੇ ਵਰਣਨ ਕੀਤੇ ਆ। ਕਲਗੀਧਰ ਪਾਤਸ਼ਾਹ ਜੀ ਨੇ ਭਗਤ ਰੂਪ ਧਾਰਨ ਕਰਕੇ ਸੰਸਾਰ ਦੇ ਵਿੱਚ ਵਿਚਰਨਾ ਕੀਤਾ। ਹੈ ਉਹ ਸਵੈੰ ਪਰਮੇਸ਼ਰ।
ਪਰ ਉਹਨਾਂ ਨੇ ਪਰਮੇਸ਼ਰ ਆਪਣੇ ਆਪ ਨੂੰ ਕਹਾਇਆ ਨਹੀਂ ਹੈ। ਉਹ ਭਗਤ ਰੂਪ ਹੋ ਕੇ ਸੰਸਾਰ ਵਿੱਚ ਵਿਚਰੇ ਨੇ। ਭਗਤਾਂ ਨਾਲ ਜੋ ਜੋ ਵਰਤਦਾ ਵਿਚਰਦਾ ਹੈ ਉਹ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਨਾਲ ਵਿਚਰਦਾ ਮਹਾਂਕਵੀ ਜੀ ਵਰਣਨ ਕਰ ਰਹੇ ਨੇ। ਤੋ ਜਿਸ ਵਕਤ ਇਹਨਾਂ ਨੇ ਆ ਕੇ ਏਦਾਂ ਬੇਨਤੀ ਕੀਤੀ, ਮਹਾਰਾਜ ਸੁਨੇਹਾ ਹੈ, ਆਪ ਜੀ ਨੇ ਜੋ ਕਾਰਜ ਕਰਨਾ ਸੀ ਕਰ ਲਿਆ, ਚੱਲਣਾ ਤਾਂ ਤੁਹਾਡੀ ਇੱਛਾ ਹੈ, ਨਹੀਂ ਚੱਲਣਾ ਇਸ ਰਹਿਣਾ ਧਰਤੀ ਤੇ ਤਾਂ ਵੀ ਤੁਹਾਡੀ ਇੱਛਾ ਹੈ। ਇੱਥੋਂ ਸਪਸ਼ਟ ਹੈ ਕਿ ਮੇਰੇ ਸਾਹਿਬ ਗੁਰੂ ਕਲਗੀਧਰ ਨਾ ਜਨਮ ਵਿੱਚ ਨੇ ਨਾ ਮਰਨ ਵਿੱਚ ਨੇ। ਜੇ ਜਨਮ ਮਰਨ ਵਿੱਚ ਹੁੰਦੇ ਤੇ ਫਿਰ ਆਪਣੀ ਇੱਛਾ ਕੰਮ ਨਹੀਂ ਕਰਦੀ, ਫਿਰ ਤਾਂ ਪ੍ਰਭੂ ਇੱਛਾ ਨਾਲ ਹੀ ਜਨਮ ਲੈਣਾ ਪੈਂਦਾ, ਪ੍ਰਭੂ ਇੱਛਾ ਨਾਲ ਹੀ ਮਰਨਾ ਪੈਂਦਾ। ਉਹ ਤਾਂ ਜਦੋਂ ਪਰਾਲਬਧ ਮੁੱਕੇਗੀ ਮੁੱਕਣਾ। ਪਰ ਇੱਥੇ ਜਨਮ ਤੇ ਮਰਨ ਦੋਨਾਂ ਵਿੱਚ ਸਾਹਿਬ ਨਹੀਂ ਹਨ। ਤਦੇ ਆਪਾਂ ਇਹ ਨਹੀਂ ਕਹਿੰਦੇ ਸਤਿਗੁਰਾਂ ਦਾ ਜਨਮ ਹੋਇਆ, ਆਪਾਂ ਕਹਿੰਦੇ ਸਾਹਿਬ ਦਾ ਪ੍ਰਕਾਸ਼ ਹੋਇਆ। ਤੇ ਜੋਤੀ ਜੋਤ ਸਮਾਵਣਾ ਕਹਿੰਦੇ ਆ ਅਸੀਂ, ਮਰਨ ਨਹੀਂ ਕਹਿੰਦੇ। ਸਾਹਿਬ ਸੱਚੇ ਪਾਤਸ਼ਾਹ ਨਾ ਜਨਮ ਵਿੱਚ ਨੇ ਨਾ ਮਰਨ ਵਿੱਚ ਨੇ। ਜਦੋਂ ਇਹਨਾਂ ਇਸ ਤਰ੍ਹਾਂ ਬੇਨਤੀ ਕੀਤੀ, ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਨੇ ਬਚਨ ਫਰਮਾਇਆ, ਕਹਿਣ ਲੱਗੇ ਭਾਈ ਅਸੀਂ ਤਾਂ ਪਹਿਲੋਂ ਤਿਆਰੀ ਕਰ ਲਈ ਹੋਈ। ਉਹਦਾ ਸਬਬ ਬਣ ਗਿਆ, ਕਟਾਰ ਦਾ ਵਾਰ ਸਾਹਿਬ ਦੇ ਤਨ ਤੇ ਹੋ ਚੁੱਕਾ ਸੀ। ਮਹਾਰਾਜ ਕਹਿੰਦੇ ਉਹ ਤਿਆਰੀਆਂ ਤਾਂ ਅਸੀਂ ਕਰ ਲਈਆਂ ਹੋਈਆਂ। ਹੁਕਮੇ ਅਕਾਲ ਪੁਰਖ ਕੋ ਜੈਸੇ, ਹੁਣ ਅਕਾਲ ਪੁਰਖ ਜੀ ਦਾ ਹੁਕਮ ਵੀ ਆ ਪਹੁੰਚਿਆ ਹੈ, ਨਿਰਾਕਾਰ ਦਾ ਹੁਕਮ ਆ ਪਹੁੰਚਿਆ ਹੈ। ਸਿਰ ਪਰ ਤਰ ਹਮ ਮਾਨੇ ਤੈਸੇ, ਅਸੀਂ ਇਸ ਹੁਕਮ ਨੂੰ ਆਪਣੇ ਸਿਰ ਮੱਥੇ ਪ੍ਰਵਾਨ ਕਰਦੇ ਹਾਂ। ਇਤਿਆਦਿਕ ਕਹਿ ਸੁਨ ਕਰ ਭਲੇ, ਇਹਦਾ ਮਹਾਰਾਜ ਜੀ ਨਾਲ ਬਚਨ ਕਹਿ ਸੁਣ ਕੇ ਉਹ ਜਿੰਨੇ ਉਹ ਜਿਹੜੇ ਦੋ ਨਰ ਆਏ ਸਨ ਉਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਕੋਲੋਂ ਨਮਸਕਾਰ ਕਰਕੇ ਵਿਦਾ ਹੋਏ। ਨਭ ਕੇ ਮਗਈ ਤੂਰਨ ਚਲੇ, ਉਹ ਕਿਤੇ ਆਕਾਸ਼ ਵਿੱਚ ਹੀ ਨਭਚਾਰੀ ਹੋ ਕੇ ਅਲੋਪ ਹੋ ਗਏ। ਏਕ ਜਾਮ ਲਗ ਰਹੇ ਇਕੰਤ, ਇਸ ਤਰ੍ਹਾਂ ਕਲਗੀਧਰ ਪਾਤਸ਼ਾਹ ਤਕਰੀਬਨ ਇੱਕ ਪੈਰ ਤੱਕ ਇਕਾਂਤ ਵਿੱਚ ਉਸੇ ਤੰਬੂ ਦੇ ਅੰਦਰ ਆਪਣੇ ਨਿਜ ਸਰੂਪ ਵਿੱਚ ਨਿਜ ਧਿਆਨ ਪਰਾਇਣ ਹੋ ਕੇ ਬੈਠੇ ਰਹੇ। ਨਿਕਸੇ ਵੈਰ ਬਹੁਰ ਭਗਵੰਤ, ਔਰ ਇੱਕ ਪੈਰ ਦੇ ਸਮੇਂ ਤੋਂ ਤਕਰੀਬਨ 3 ਘੰਟਿਆਂ ਦਾ ਇੱਕ ਪੈਰ ਹੁੰਦਾ ਹੈ। ਇੱਕ ਪੈਰ ਦਾ ਸਮਾਂ ਬਤੀਤ ਕਰਨ ਤੋਂ ਬਾਅਦ ਤੰਬੂ ਵਿੱਚੋਂ ਸਤਿਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਬਾਹਰ ਆਏ ਹਨ। ਬਦਨ ਪ੍ਰਫੁੱਲਿਤ ਕਮਲ ਸਮਾਨਾ, ਸਾਹਿਬ ਦਾ ਚਿਹਰਾ ਕਮਲ ਦੇ ਫੁੱਲ ਵਾਂਗੂ ਖਿੜਿਆ ਹੋਇਆ, ਚਿਹਰੇ ਤੇ ਲਾਲੀਆਂ ਦਗ ਦਗ ਕਰਦੀਆਂ। ਮੇਰੇ ਸਾਹਿਬ ਦੇ ਚਿਹਰੇ ਤੇ ਇੰਨਾ ਪ੍ਰਕਾਸ਼ ਤੇ ਨੂਰ ਹੈ। ਉਸ ਨੂਰ ਨੂੰ ਵੇਖ ਕੇ ਭਾਈ ਨੰਦ ਲਾਲ ਸਾਹਿਬ ਕਹਿੰਦੇ ਆ, ਨੂਰ ਨੂਰ ਹਰ ਦਰ ਚਸ਼ਮ ਗੁਰੂ ਗੋਬਿੰਦ ਸਿੰਘ। ਦੁਨੀਆ ਦੇ ਜਿੰਨੇ ਲੋਕਾਂ ਦੀਆਂ ਅੱਖਾਂ ਦੇ ਵਿੱਚ ਨੂਰ ਹੈ ਉਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਹੈ। ਪਦਮ ਪਾਖਰੀ ਆਖ ਮਹਾਨਾ, ਮਹਾਰਾਜ ਜੀ ਦੇ ਨੇਤਰਾਂ ਦੇ ਉੱਤੇ ਜਿਹੜੀਆਂ ਕਮਲ ਜੈਸੀਆਂ ਕਹਿੰਦੇ ਪੰਖੜੀਆਂ ਨੇ, ਪਲਕਾਂ ਜਿਹੜੀਆਂ ਨੇ, ਉਹ ਏਦਾਂ ਜਾਪਦਾ ਜਿਵੇਂ ਕਮਲ ਦੇ ਫੁੱਲ ਦੀਆਂ ਪੰਖੜੀਆਂ ਹੋਣ। ਹਿਰਦੇ ਆਨੰਦਤ ਦੁਗਨ ਚਗੂਨੇ, ਹਿਰਦੇ ਵਿੱਚ ਦੁਗਣਾ 4 ਗੁਣਾ ਆਨੰਦ ਹੈ ਮੇਰੇ ਸਾਹਿਬ ਦੇ, ਕਿਉਂਕਿ ਆਪਣੇ ਨਿਜ ਘਰ ਵਿੱਚ ਨਿਜ ਸਰੂਪ ਵਿੱਚ ਮੁੜ ਅਭੇਦ ਹੋਣਾ। ਵੈਸੇ ਸਭਨ ਵਿਖੇ ਦੁਤੀ ਦੂਨੇ, ਚਿਹਰੇ ਤੇ ਅੱਗੇ ਨਾਲੋਂ 2 ਗੁਣਾ 4 ਗੁਣਾ ਵੱਧ ਪ੍ਰਕਾਸ਼ ਹੈ। ਤੇ ਸਿੰਘਾਂ ਦੇ ਵਿੱਚ ਆ ਕੇ ਸਤਿਗੁਰੂ ਜੀ ਬੈਠੇ ਆ, ਖਾਲਸੇ ਚ ਬਾਹਰ ਆ ਗਏ ਤੰਬੂ ਚ। ਸਿੰਘ ਵੀ ਹੈਰਾਨ ਨੇ, ਪਹਿਲਾਂ ਹੀ ਚਿਹਰੇ ਵੱਲ ਨਹੀਂ ਸੀ ਵੇਖ ਹੁੰਦਾ। ਅੱਜ ਮਹਾਰਾਜ ਜੀ ਦੇ ਚਿਹਰੇ ਤੇ ਨੂਰਾਨੀ ਰੰਗ ਹੀ ਕੁਝ ਨਿਰਾਲਾ ਹੈ। ਸਭ ਦੀਆਂ ਅੱਖਾਂ ਝੁਕੀਆਂ ਹੋਈਆਂ। ਦੋਹਰਾ ਸ਼ਾਹ ਬਹਾਦਰ ਸਾਦਰੇ, ਦਵੈ ਉਮਰਾਵ ਬੁਲਾਏ। ਇਧਰ ਬਾਦਸ਼ਾਹ ਬਹਾਦਰ ਸ਼ਾਹ ਨੇ ਆਪਣੇ 2 ਅਹਿਲਕਾਰ ਅਫਸਰ ਕਲਗੀਧਰ ਪਾਤਸ਼ਾਹ ਜੀ ਦਾ ਸੁਖ ਸੁਨੇਹਾ ਲੈਣ ਲਈ ਕਿ ਸਾਹਿਬ ਨੂੰ ਜ਼ਖਮ ਲੱਗਾ, ਵਾਰ ਹੋਇਆ ਗੁਲ ਖਾਂ ਵੱਲੋਂ, ਤੁਸੀਂ ਜਾ ਕੇ ਸਤਿਗੁਰਾਂ ਦੀ ਖਬਰਸਾਰ ਲਿਆਓ। 2 ਆਪਣੇ ਖਾਸ ਵੱਡੇ ਉਮਰਾਵ ਜਿਹੜੇ ਬਹਾਦਰ ਸ਼ਾਹ ਦੇ ਨਿਕਟਵਰਤੀ ਹਨ। ਜ਼ਖਮ ਲਗੇ ਸੁਧ ਲੈ ਨਿਤ, ਸ਼੍ਰੀ ਗੁਰ ਤੀਰ ਪਠਾਏ। ਇਹ ਸਤਿਗੁਰਾਂ ਦੇ ਜ਼ਖਮ ਲੱਗਾ
ਤੁਸੀਂ ਜਾ ਕੇ ਸਤਿਗੁਰਾਂ ਦੇ ਜ਼ਖਮ ਬਾਰੇ ਪਤਾ ਕਰਕੇ ਆਓ ਕਿ ਉਹਨਾਂ ਦਾ ਹੁਣ ਜ਼ਖਮ ਕਿਵੇਂ ਹੈ, ਨਰੋਆ ਹੋਇਆ ਕਿਵੇਂ, ਉਹਨਾਂ ਦੀ ਸਿਹਤ ਦੀ ਕੀ ਹਾਲਤ ਹੈ, ਉਹ ਪਤਾ ਕਰਕੇ ਮੇਰੇ ਕੋਲ ਆਓ। ਏਦਾਂ ਬਹਾਦਰ ਸ਼ਾਹ ਨੇ ਆਪਣੇ 2 ਅਹਿਲਕਾਰ ਉਮਰਾਵ ਭੇਜੇ। ਚੌਪਈ ਕੁੰਚਰ ਪਰ ਅਰੂੜ ਤਤਕਾਲੇ। ਇਹ ਦੋਵੇਂ ਉਮਰਾਵ ਹਾਥੀਆਂ ਤੇ ਸਵਾਰ ਹੋ ਕੇ ਆਏ। ਅਬ ਚਲ ਨਗਰ ਪੰਥ ਮੈਂ ਚਾਲੇ। ਔਰ ਤਖਤ ਸੱਚਖੰਡ ਸ੍ਰੀ ਹਜੂਰ ਅਬਚਲ ਨਗਰ ਨਾਂਦੇੜ ਸਾਹਿਬ ਇਹ ਚੱਲ ਕੇ ਆਏ ਹਨ। ਕੀਤਕ ਚਮੂ ਸੰਗ ਮੈਂ ਆਈ। ਇਹਨਾਂ ਦੇ ਨਾਲ ਇਹਨਾਂ ਦੇ ਕੁਝ ਸਿਪਾਹੀ, ਕੁਝ ਫੌਜਾਂ, ਕਿਉਂਕਿ ਵੱਡੇ ਅਫਸਰ ਸਨ, ਤੋ ਇਹਨਾਂ ਦੇ ਨਾਲ ਇਹਨਾਂ ਦੀਆਂ ਕੁਝ ਕੁ ਫੌਜਾਂ ਵੀ ਚੱਲ ਕੇ ਆਈਆਂ। ਦਰ ਸਿੰਘੇ ਸ਼੍ਰੀ ਗੁਰਮੁਦ ਪਾਈ। ਉਹਨਾਂ ਵਿੱਚੋਂ ਕੁਝ ਕੁ ਸ਼ਰਧਾਲੂ ਵੀ ਸੀ, ਭਾਵੇਂ ਉਹ ਤੁਰਕਾਂ ਦੇ ਕੋਲ ਨੌਕਰੀ ਕਰਦੇ ਸੀ, ਪਰ ਉਹਨਾਂ ਨੂੰ ਇਸ ਗੱਲ ਦੀ ਖੁਸ਼ੀ ਸੀ ਕਿ ਚੱਲ ਕੇ ਸਤਿਗੁਰਾਂ ਦੇ ਦਰਸ਼ਨ ਕਰਾਂਗੇ। ਅਸਵਾਰੀ ਤੇ ਤੂਰਨ ਆਏ। ਆਪਣੀਆਂ ਸਵਾਰੀਆਂ ਤੇ ਬੜੀ ਛੇਤੀ ਨਾਲ ਕਾਹਲੀ ਨਾਲ ਚੱਲ ਕੇ ਪਹੁੰਚੇ। ਅਬ ਚਲ ਨਗਰ ਪਹੁੰਚ ਸਮੁਦਾਏ। ਸਾਰੇ ਅਬਚਲ ਨਗਰ ਨਾਂਦੇੜ ਸਾਹਿਬ ਪਹੁੰਚ ਗਏ। ਉਚਿਤ ਸਥਲ ਪਿਖ ਕੇ ਤਟ ਸਲਤਾ। ਗੋਦਾਵਰੀ ਨਦੀ ਦੇ ਕਿਨਾਰੇ ਚੰਗਾ ਯੋਗ ਅਸਥਾਨ ਵੇਖ ਕੇ ਉੱਥੇ ਇਹਨਾਂ ਨੇ ਉਤਾਰਾ ਕੀਤਾ। ਉੱਤਰ ਪਰੇ ਦੇਖਤ ਜਲ ਚਲਤਾ। ਗੋਦਾਵਰੀ ਦੇ ਕਿਨਾਰੇ ਦੋਨਾਂ ਅਫਸਰਾਂ ਨੇ ਆਪਣਾ ਟਿਕਾਣਾ ਕੀਤਾ। ਬੜਾ ਸਾਫ਼ ਤੇ ਨਿਰਮਲ ਜਲ ਗੋਦਾਵਰੀ ਨਦੀ ਚ ਵਹਿ ਰਿਹਾ ਹੈ। ਸਿਵਰ ਕਰਿਓ ਸੁਧ ਤਬੇ ਪਠਾਈ। ਔਰ ਉੱਥੇ ਸਿਵਰ ਕਰਕੇ ਡੇਰਾ ਕਰਕੇ ਇਹਨਾਂ ਨੇ ਆਪਣੇ ਆਉਣ ਦੀ ਖਬਰ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਕੋਲ ਭੇਜੀ। ਸ਼੍ਰੀ ਸਤਿਗੁਰ ਟਿਗ ਅਰਜ਼ ਸੁਨਾਈ। ਇੱਕ ਇਹਨਾਂ ਦਾ ਸੇਵਾਦਾਰ ਸਤਿਗੁਰਾਂ ਦੇ ਚਰਨਾਂ ਚ ਆਇਆ, ਉਹਨੇ ਇਹਨਾਂ ਅਫਸਰਾਂ ਦੇ ਆਉਣ ਦੀ ਖਬਰ ਸਤਿਗੁਰੂ ਜੀ ਨੂੰ ਦਿੱਤੀ। ਸ਼ਾਹ ਪਠਾਏ ਜੁਗ ਉਮਰਾਵ। ਮਹਾਰਾਜ ਜੀ ਬਾਦਸ਼ਾਹ ਬਹਾਦਰ ਸ਼ਾਹ ਨੇ ਆਪ ਜੀ ਦਾ ਸੁਖ ਸੁਨੇਹਾ ਲੈਣ ਵਾਸਤੇ ਆਪਣੇ 2 ਖਾਸ ਉਮਰਾਵ ਅਫਸਰ ਤੁਹਾਡੇ ਕੋਲ ਭੇਜੇ ਹਨ। ਸੁਧ ਲੈ ਬੇਤ ਦਰਸ਼ਨ ਚਾਵ। ਉਹ ਆਪ ਜੀ ਦਾ ਸੁਖ ਸੁਨੇਹਾ ਲੈਣ ਆਏ ਨੇ ਔਰ ਉਹਨਾਂ ਦੇ ਮਨ ਵਿੱਚ ਤੁਹਾਡੇ ਦਰਸ਼ਨਾਂ ਦਾ ਚਾਅ ਹੈ। ਸੁਨ ਕੇ ਤ੍ਰਿਣ ਦਾਨਾ ਅਰਖਾਨਾ। ਮਹਾਰਾਜ ਜੀ ਨੇ ਸੁਣ ਕੇ ਸੇਵਾਦਾਰਾਂ ਨੂੰ ਹੁਕਮ ਕੀਤਾ ਕਿ ਭਾਈ ਉਹਨਾਂ ਦੇ ਘੋੜਿਆਂ ਦੇ ਘਾਹ ਪੱਠੇ ਦਾ, ਦਾਣੇ ਪੱਠੇ ਦਾ ਪ੍ਰਬੰਧ ਕਰੋ ਔਰ ਰਸਤਾ ਬਸਤਾ ਭੇਜ ਦਿਓ, ਲੰਗਰ ਵਿੱਚੋਂ ਜੋ ਉਹਨਾਂ ਨੂੰ ਚਾਹੀਦੀਆਂ ਹਨ। ਕਰੇ ਪਠਾਵਨ ਬਾਂਚਤ ਨਾਨਾ। ਉਹਨਾਂ ਨੂੰ ਜੋ ਕੁਝ ਚਾਹੀਦਾ ਸੀ ਡੇਰੇ ਵਾਸਤੇ, ਘੋੜਿਆਂ ਹਾਥੀਆਂ ਲਈ ਦਾਣਾ ਪੱਠਾ, ਉਹ ਉਸੇ ਵੇਲੇ ਗੁਰੂ ਪਾਤਸ਼ਾਹ ਦੇ ਹੁਕਮ ਦੇ ਨਾਲ ਇਹਨਾਂ ਕੋਲ ਪਹੁੰਚਦਾ ਕੀਤਾ। ਸਭ ਲੈ ਕਰ ਅਚਵਿਓ ਮਨ ਪਾਏ। ਲੰਗਰ ਪ੍ਰਸ਼ਾਦੇ ਲਈ ਰਸਤਾ ਬਸਤਾ ਪੱਕਿਆ ਲੰਗਰ ਪ੍ਰਸ਼ਾਦਾ ਵੀ ਭੇਜ ਦਿੱਤਾ। ਇਹ ਛੱਕ ਕੇ ਸੰਤੁਸ਼ਟ ਹੋਏ। ਥਿਰ ਹੋਏ ਸ਼ਰਮੈ ਸ਼ਰੀਰ ਬਿਹਾਏ। ਕਿਉਂਕਿ ਪਿੱਛੋਂ ਪੈਂਡਾ ਤੈਅ ਕਰਕੇ ਆਏ ਨਾ, ਸੋਚਿਆ ਵੀ ਅੱਜ ਆਰਾਮ ਕਰਾਂਗੇ ਤੇ ਸਤਿਗੁਰਾਂ ਦੇ ਦਰਸ਼ਨਾਂ ਨੂੰ ਕੁਝ ਸਮਾਂ ਠਹਿਰ ਕੇ ਜਾਵਾਂਗੇ। ਧਰਿਓ ਦੁਪਹਿਰਾ ਭੇ ਸਾਵਧਾਨਾ। ਇਧਰ ਦੁਪਹਿਰਾ ਢਲ ਗਿਆ, ਸਾਵਧਾਨ ਹੋਏ। ਸ਼੍ਰੀ ਪ੍ਰਭ ਪਠਿਓ ਦੂਤ ਅਗਵਾਨਾ। ਤੋ ਸ਼ਾਮ ਦੇ ਸਮੇਂ ਮਹਾਰਾਜ ਜੀ ਨੇ ਆਪਣਾ ਦੂਤ ਇਹਨਾਂ ਦੇ ਕੋਲ ਭੇਜਿਆ। ਜਾਮ ਦਿਵਸ ਰਹਿ ਤਬ ਚੱਲ ਆਏ। ਸੁਨੇਹਾ ਭੇਜਿਆ, ਭਾਈ ਜੇ ਮਿਲਣਾ ਤੇ ਆ ਕੇ ਮਿਲ ਲੋ, ਸ਼ਾਮ ਦੇ ਦੀਵਾਨ 'ਚ ਹਾਜ਼ਰੀਆਂ ਭਰੋ। ਇਹਨਾਂ ਸਤਿਗੁਰਾਂ ਦਾ ਹੁਕਮ ਸੁਣ ਕੇ ਦੋਨਾਂ ਉਮਰਾਵਾਂ ਨੇ ਤਿਆਰੀ ਕੀਤੀ ਸਤਿਗੁਰਾਂ ਵੱਲ ਆਉਣ ਦੀ। ਸੰਗ ਭਲੇ ਨਰ ਕਰ ਸਮੁਦਾਏ। ਔਰ ਆਪਣੇ ਨਾਲ ਕੁਝ ਚੰਗੇ ਬੰਦੇ ਜਿਹੜੇ ਇਹਨਾਂ ਦੇ ਵਿਸ਼ਵਾਸ ਪਾਤਰ ਸਨ, ਉਹਨਾਂ ਨੂੰ ਆਪਣੇ ਨਾਲ ਲੈ ਕੇ ਆਏ। ਆਗੇ ਪ੍ਰਭੂ ਦੀਵਾਨ ਲਗਾਇਓ। ਅੱਗੇ ਪਿਛਲੇ ਪਹਿਰ ਦਾ ਸ਼ਾਮ ਦਾ ਸਤਿਗੁਰਾਂ ਦਾ ਦੀਵਾਨ ਸਜਿਆ ਹੋਇਆ ਸੀ ਕਲਗੀਧਰ ਦਾ, ਤੇ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਦੇ ਦਰਬਾਰ ਦੇ ਵਿੱਚ ਚੱਲ ਕੇ ਆਏ। ਰੰਗਾ ਰੰਗ ਫਰਸ਼ ਡਸਵਾਇਓ। ਮਹਾਰਾਜ ਜੀ ਦੇ ਦੀਵਾਨ 'ਚ ਕਈ ਰੰਗਾਂ ਦੇ ਸੋਹਣੇ ਗਲੀਚੇ ਜਿਹੜੇ ਨੇ ਸੰਗਤਾਂ ਦੇ ਬੈਠਣ ਵਾਸਤੇ, ਸਿੰਘਾਂ ਦੇ ਬੈਠਣ ਵਾਸਤੇ ਵਿਛਾਏ ਹੋਏ ਨੇ। ਤੇਰਿਓ ਖਾਲਸਾ ਸ਼ਸਤਰ ਸੁਹਾਏ। ਮਹਾਰਾਜ ਜੀ ਦਾ ਖਾਲਸਾ ਤਿਆਰ ਬਰ ਤਿਆਰ ਸੱਜ ਕੇ ਬੈਠਾ ਹੈ। ਸਾਰਿਆਂ ਸਿੰਘਾਂ ਦੇ ਗਾਤਰੇ ਸ਼ਸਤਰ ਨੇ, ਸਾਰੇ ਸ਼ਸਤਰ ਧਾਰੀ ਸੂਰਮੇ
ਮਹਾਰਾਜ ਜੀ ਦੇ ਦਰਬਾਰ ਦੇ ਵਿੱਚ ਤਿਆਰ ਬਰ ਤਿਆਰ ਹੋ ਕੇ ਨੇਜੇ ਢਾਲਾਂ ਬਰਛੇ ਲਈ ਬੈਠੇ ਹਨ। ਤੁਪਕ ਤਨੁਖ ਅਰ ਸਿਪਰ ਲਗਾਏ। ਕਿਸੇ ਦੇ ਹੱਥ ਦੇ ਵਿੱਚ ਬੰਦੂਕ ਹੈ ਤੇ ਕਿਸੇ ਦੇ ਹੱਥ ਵਿੱਚ ਬਰਛੀ ਹੈ। ਕਿਸੇ ਦੇ ਗਾਤਰੇ 'ਚ ਤਲਵਾਰ ਪਾਈ ਹੋਈ ਆ, ਕਿਸੇ ਨੇ ਢਾਲ ਫੜੀ ਹੋਈ ਹੈ। ਕਈਆਂ ਦੇ ਕੋਲ ਧਨਖ ਨੇ, ਕਈਆਂ ਕੋਲ ਤਬਰ ਨੇ। ਏਦਾਂ ਵੱਖੋ ਵੱਖਰੇ ਸ਼ਸਤਰ ਅਸਤਰਾਂ ਦੇ ਸਹਿਤ ਸਾਰੇ ਸਿੰਘ ਤਿਆਰ ਬਰ ਤਿਆਰ ਮਹਾਰਾਜ ਜੀ ਦੀ ਸਭਾ ਵਿੱਚ ਬੈਠੇ ਹਨ। ਦੇਖ ਦੂਰ ਹੀ ਤੇ ਉਮਰਾਉ। ਇਹ ਦੋਵੇਂ ਉਮਰਾਵ ਬਾਦਸ਼ਾਹ ਬਹਾਦਰ ਸ਼ਾਹ ਦੇ ਭੇਜੇ ਦੀਵਾਨ ਵਿੱਚ ਆਏ। ਦੂਰੋਂ ਹੀ ਸਤਿਗੁਰੂ ਕਲਗੀਧਰ ਜੀ ਨੂੰ ਬੈਠਿਆਂ ਵੇਖ ਕੇ ਝੁਕੇ ਸਲਾਮ ਕੀਨੇ ਅਗਵਾਉ। ਦਰਬਾਰ ਦੇ ਵਿੱਚ ਦੂਰੋਂ ਹੀ ਵੜਨ ਵੇਲੇ ਇਹਨਾਂ ਨੇ ਝੁਕ ਝੁਕ ਕੇ ਸਲਾਮਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਕਿਉਂਕਿ ਇਸਲਾਮ ਧਰਮ ਦੇ ਵਿੱਚ ਇਸੇ ਤਰ੍ਹਾਂ ਜਦੋਂ ਬਾਦਸ਼ਾਹਾਂ ਰਾਜਿਆਂ ਦੀ ਸਭਾ 'ਚ ਜਾਂਦੇ ਐ ਤੇ ਜਦੋਂ ਦਰਵਾਜ਼ੇ 'ਚ ਵੜਦੇ ਆ ਦਰਬਾਰ ਦੇ, ਉੱਥੋਂ ਹੀ ਸੀਸ ਨੂੰ ਝੁਕਾ ਕੇ ਹੱਥ ਦੇ ਨਾਲ ਇਹ ਸਲਾਮ ਕਰਦੇ ਆਉਂਦੇ। ਇਦਾਂ ਦੀ ਰਵਾਇਤ ਨਾਲ ਇਹ ਮੱਥਾ ਟੇਕਦੇ ਐ। ਤੋ ਉਸੇ ਤਰ੍ਹਾਂ ਇਹਨਾਂ ਉਮਰਾਵਾਂ ਨੇ ਕਲਗੀਧਰ ਜੀ ਦੇ ਦਰਬਾਰ ਵਿੱਚ ਦੂਰੋਂ ਹੀ ਸਜਦਾ ਕਰਦਿਆਂ ਸਲਾਮ ਕਰਦਿਆਂ ਆਏ। ਸਨਮਾਨਤ ਲੈ ਨਾਮ ਬੁਲਾਏ। ਮਹਾਰਾਜ ਜੀ ਨੇ ਸਨਮਾਨ ਦੇ ਕੇ ਇਹਨਾਂ ਨੂੰ ਦੋਨਾਂ ਦਾ ਨਾਂ ਲੈ ਕੇ ਆਪਣੇ ਕੋਲ ਬਿਠਾਇਆ। ਕਿਰਪਾ ਕਰੀ ਗੁਰ ਨਿਕਟ ਬਿਠਾਏ। ਕਿਰਪਾ ਕਰਕੇ ਸਤਿਗੁਰੂ ਜੀ ਨੇ ਨੇੜੇ ਬਿਠਾ ਲਿਆ। ਹਾਥ ਜੋਰ ਜੁਗ ਅਰਜ਼ ਗੁਜ਼ਾਰੀ। ਦੋਨਾਂ ਉਮਰਾਵਾਂ ਨੇ ਹੱਥ ਜੋੜ ਕੇ ਕਲਗੀਧਰ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਅਰਜ਼ ਕੀਤੀ, ਬੇਨਤੀ ਕੀਤੀ। ਹਜ਼ਰਤ ਪਟੇ ਸਮੀਪ ਉਚਾਰੀ। ਕਹਿਣ ਲੱਗੇ ਮਹਾਰਾਜ ਹਜ਼ਰਤ ਬਾਦਸ਼ਾਹ ਬਹਾਦਰ ਸ਼ਾਹ ਨੇ ਸਾਨੂੰ ਤੁਹਾਡੇ ਕੋਲ ਭੇਜਿਆ। ਲੈਨ ਜ਼ਖਮ ਕੀ ਸੁਧ ਆਮੇ ਆਏ। ਮਹਾਰਾਜ ਤੁਹਾਡੇ ਜ਼ਖਮ ਦੀ ਸੁਧ ਲੈਣ ਆਏ ਆ। ਹੁਣ ਆਪ ਜੀ ਦਾ ਜ਼ਖਮ ਦੱਸੋ ਕਿਵੇਂ ਹੈ? ਰਾਜੀ ਹੈ ਮਹਾਰਾਜ, ਜ਼ਖਮ ਆਪ ਜੀ ਦਾ ਹੁਣ ਠੀਕ ਹੈ? ਇਹ ਜਾਣਨ ਵਾਸਤੇ ਅਸੀਂ ਆਏ ਹਾਂ। ਭਾਈ ਖੁਸ਼ੀ ਸੁਨ ਆਪ ਨਹਾਏ। ਮਹਾਰਾਜ ਸਾਨੂੰ ਬੜੀ ਖੁਸ਼ੀ ਹੋਈ ਹੈ, ਪਤਾ ਕੀਤਾ ਸਾਨੂੰ ਪਤਾ ਲੱਗਾ ਕਿ ਆਪ ਜੀ ਨੇ ਕੱਲ ਸੰਪੂਰਨ ਇਸ਼ਨਾਨ ਪਾਨ ਕੀਤੇ ਹੈ ਤੇ ਜ਼ਖਮ ਹੁਣ ਆਪ ਜੀ ਦਾ ਰਾਜੀ ਹੋ ਗਿਆ, ਇਹ ਸਾਨੂੰ ਪਤਾ ਲੱਗਾ। ਸ਼ਾਹ ਸਚਿੰਤ ਭਇਓ ਸੁਧ ਪਾਈ। ਮਹਾਰਾਜ ਬਹਾਦਰ ਸ਼ਾਹ ਦਾ ਮਨ ਬੜਾ ਫਿਕਰਮੰਦ ਹੈ, ਉਹਦਾ ਮਨ ਬੜਾ ਚਿੰਤਤ ਹੈ। ਜਦੋਂ ਉਹਨੂੰ ਪਤਾ ਲੱਗਾ ਕਿ ਤੁਹਾਡੇ ਤੇ ਗੋਲ ਖਾਂ ਨਾਂ ਦੇ ਪਠਾਨ ਨੇ ਕਟਾਰ ਨਾਲ ਵਾਰ ਕੀਤਾ, ਇਹ ਮੂਡਨ ਕਿਆ ਕੀਨ ਖੁਟਾਈ। ਮਹਾਰਾਜ ਇਹਨਾਂ ਮੂਰਖਾਂ ਨੇ ਬੜਾ ਖੋਟਾ ਕੰਮ ਕੀਤਾ। ਇਹ ਬੜਾ ਕੋਝਾ ਕੰਮ ਇਹਨਾਂ ਮੂਰਖਾਂ ਨੇ ਕੀਤਾ ਹੈ। ਸਭ ਪਠਾਨ ਸੰਗੀ ਬੁਲਵਾਏ। ਮਹਾਰਾਜ ਜਿੰਨੇ ਉਹਦੇ ਨਾਲ ਦੇ ਪਠਾਨ ਸੀ ਨਾ, ਸੰਗੀ ਉਹਦੇ ਨਾਲ ਦੇ, ਉਹ ਬਾਦਸ਼ਾਹ ਨੇ ਬੁਲਾ ਲਏ ਸਨ। ਦੇ ਸਜਾਏ ਕੋ ਸੋ ਬੁਝਵਾਏ। ਉਹਨਾਂ ਨੂੰ ਵੀ ਸਜ਼ਾ ਦੇ ਕੇ ਬਹਾਦਰ ਸ਼ਾਹ ਨੇ ਪੁੱਛ ਪੜਤਾਲ ਕੀਤੀ ਉਹਨਾਂ ਦੇ ਕੋਲੋਂ। ਕਸਮ ਕੁਰਾਨ ਮਾਨ ਬਖਾਨੀ। ਉਹਨਾਂ ਪਠਾਣਾ ਨੇ ਕੁਰਾਨ ਦੀ ਕਸਮ ਖਾ ਲਈ। ਉਹਨਾਂ ਨੇ ਕੁਰਾਨ ਦੀ ਕਸਮ ਖਾਧੀ ਹੈ। ਅਪਰ ਨਾ ਕਿਸ ਕੋ ਸੁਦਾਮ ਜਾਨੀ। ਉਹ ਕਹਿੰਦੇ ਸਾਨੂੰ ਨਹੀਂ ਪਤਾ ਵੀ ਗੁਲ ਖਾਂ ਉਹ ਇਹ ਕਰਤੂਤ ਕਰਨ ਆਇਆ ਸੀ। ਮਹਾਰਾਜ ਹਾਲਾਂਕਿ ਭਾਵੇਂ ਤੁਸੀਂ ਕਹਿ ਦਿੱਤਾ ਸੀ ਵੀ ਅਸੀਂ ਬਖਸ਼ ਦਿੱਤਾ ਸਾਰਿਆਂ ਨੂੰ, ਪਰ ਬਹਾਦਰ ਸ਼ਾਹ ਨੇ ਫਿਰ ਵੀ ਗੁਲ ਖਾਂ ਦੇ ਜਿਹੜੇ ਨਾਲ ਦੇ ਸੰਗੀ ਪਠਾਨ ਸੀ ਉਹਨਾਂ ਨੂੰ ਬੁਲਾ ਕੇ ਤਾੜਨਾ ਕਰਕੇ ਉਹਨਾਂ ਨੂੰ ਪੁੱਛਿਆ। ਪਰ ਉਹਨਾਂ ਨੇ ਕੁਰਾਨ ਦੀ ਕਸਮ ਖਾ ਕੇ ਆਖਿਆ ਕਿ ਸਾਨੂੰ ਇਹਦੇ ਬਾਰੇ ਨਹੀਂ ਪਤਾ ਕਿ ਗੁਲ ਖਾਂ ਕਿਹੜੀ ਨੀਅਤ ਨਾਲ ਸਤਿਗੁਰਾਂ ਦੇ ਕੋਲ ਆਇਆ ਸੀ। ਲੜਕਾ ਮਹਿਮਾ ਤੇ ਅਣਜਾਣਾ। ਮਹਾਰਾਜ ਉਹ ਲੜਕਾ ਜਿਹਾ ਸੀਗਾ ਤੁਹਾਡੀ ਮਹਿਮਾ ਤੋਂ ਅਣਜਾਣ ਸੀ। ਕੀਏ ਬਦਕਾਰ ਆਪ ਹੀ ਪਿਆਨਾ। ਮਹਾਰਾਜ ਉਹਨੇ ਬਦਕਾਰ ਕੰਮ ਕੀਤਾ, ਜਿਹਦੀ ਸਜ਼ਾ ਉਹਨੂੰ ਮਿਲ ਗਈ ਹੈ। ਪਾਪੀ ਆਪ ਹੀ ਮਰ ਗਿਆ, ਤੁਹਾਨੂੰ ਮਾਰਨ ਆਇਆ। ਉਹ ਆਪ ਹੀ ਮਰ ਗਿਆ, ਉਹਨੇ ਬਦਕਾਰੀ ਦਾ ਉਹਨੂੰ ਫਲ ਮਿਲ ਗਿਆ। ਸੁਣ ਕੇ ਸ਼੍ਰੀ ਮੁਖ ਤੇ ਫਰਮਾਇਓ। ਜਦੋਂ ਇਹਨਾਂ ਉਮਰਾਵਾਂ ਨੇ ਸਤਿਗੁਰਾਂ ਨੂੰ ਇਸ ਤਰ੍ਹਾਂ ਬੇਨਤੀ ਕੀਤੀ, ਸੁਣ ਕੇ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਬੋਲੇ, ਭਇਓ ਅਕਾਲ ਪੁਰਖ ਜਿਮ ਪਾਇਓ। ਮਹਾਰਾਜ ਜੀ ਕਹਿੰਦੇ ਭਾਈ ਉਹੀ ਹੋਇਆ ਜੋ ਅਕਾਲ ਪੁਰਖ ਨੂੰ ਪਾਇਆ ਹੈ। ਪਾਤਸ਼ਾਹ ਕਹਿੰਦੇ ਹੋਇਆ ਉਹੀ ਹੈ ਜਿਹੜਾ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੂੰ ਭਾਇਆ ਹੈ। ਹੋਏ ਨਾ ਸਕੇ ਕੁਛ ਹੁਕਮ ਬਹੀਨਾ। ਪਰਮੇਸ਼ਰ ਦੇ ਹੁਕਮ ਤੋਂ ਬਿਨਾਂ ਨਹੀਂ ਕੁਝ ਹੋ ਸਕਦਾ।
ਅਕਾਲ ਪੁਰਖ ਦੇ ਹੁਕਮ 'ਚ ਹੀ ਸਾਰਾ ਕੁਝ ਵਰਤਦਾ ਹੁੰਦਾ ਹੈ। ਨਰ ਨ ਬਿਖੇ ਆਪੇ ਕ੍ਰਿਤ ਕੀਨਾ। ਉਹ ਆਪ ਹੀ ਨਰਾਂ ਵਿੱਚ ਵੜ ਕੇ ਕਿਰਤ ਕਰਦਾ। ਨਰਾਂ ਵਿੱਚ ਤਾਂ ਉਹ ਆਪ ਹੀ ਹੈ ਨਾ, ਸਾਰਿਆਂ ਵਿੱਚ ਵਰਤ ਕੇ ਸਾਰਿਆਂ 'ਚ ਵੜ ਕੇ ਉਹ ਆਪ ਹੀ ਕਿਰਤ ਕਰਦਾ ਹੈ। ਕਰੋ ਸ਼ਾਸਨ ਹਮ ਸੁਖ ਹੋਆ। ਇਸ ਕਰਕੇ ਜਾ ਕੇ ਬਹਾਦਰ ਸ਼ਾਹ ਨੂੰ ਕਹੋ ਅਸੀਂ ਸੁਖੀ ਹਾਂ, ਅਸੀਂ ਆਨੰਦ ਵਿੱਚ ਹਾਂ, ਅਸੀਂ ਚੜ੍ਹਦੀ ਕਲਾ ਵਿੱਚ ਹਾਂ। ਕਾਵ ਮਿਲਿਓ ਸੰਕਟ ਨੈ ਜੋਆ। ਤੇ ਜਿਹੜਾ ਜ਼ਖਮ ਸੀ ਉਹ ਹੁਣ ਮਿਲ ਗਿਆ, ਉਹਦੀ ਹੁਣ ਦਰਦ ਨਹੀਂ ਰਹੀ। ਮਹਾਰਾਜ ਕਹਿੰਦੇ ਹੁਣ ਉਹਦੀ ਕੋਈ ਪੀੜਾ ਨਹੀਂ ਹੈ, ਪਹਿਲਾਂ ਵੀ ਨਹੀਂ ਸੀ, ਹੁਣ ਤਾਂ ਉਹ ਜ਼ਖਮ ਬਿਲਕੁਲ ਮਿਚ ਗਿਆ ਹੈ, ਘਾਵ ਜਿਹੜਾ ਉਹ ਬਿਲਕੁਲ ਮਿਲ ਗਿਆ ਹੈ, ਇਹਦੀ ਹੁਣ ਕੋਈ ਪੀੜਾ ਜਾਂ ਦਰਦ ਨਹੀਂ ਰਹੀ। ਕਰਤ ਬਾਰਤਾ ਲਾਪ ਬਿਤਾਏ। ਏਦਾਂ ਮਹਾਰਾਜ ਜੀ ਇਹਨਾਂ ਨਾਲ ਗੱਲਾਂ ਬਾਤਾਂ ਚੱਲ ਪਈਆਂ। ਬਹਾਦਰ ਸ਼ਾਹ ਦੇ ਕੁਝ ਸਬੰਧ ਵਿੱਚ ਗੱਲਾਂ ਬਾਤਾਂ ਹੋਈਆਂ। ਕੁਝ ਸਮਾਂ ਮਹਾਰਾਜ ਜੀ ਨੇ ਇਸੇ ਤਰ੍ਹਾਂ ਬਤੀਤ ਕੀਤਾ। ਦੁਐ ਕਟਕਾ ਦਿਨ ਰਿਓ ਸੁਆਏ। 2 ਘੜੀਆਂ ਦਿਨ ਬਾਕੀ ਰਹਿ ਗਿਆ, ਸ਼ਾਮ ਦਾ ਸਮਾਂ ਹੋ ਗਿਆ। ਸ਼ਸਤਰ ਸਮੀਪ ਸਮੂਹ ਸੁਹਾਏ। ਸਤਿਗੁਰਾਂ ਦੇ ਸ਼ਸਤਰ ਸਾਰੇ ਮਹਾਰਾਜ ਜੀ ਦੇ ਨੇੜੇ ਹੀ ਪਏ ਹੁੰਦੇ ਸੀ ਪਲੰਗੇ ਤੇ। ਮਹਾਰਾਜ ਜੀ ਦੇ ਗਾਤਰੇ ਦੀਆਂ ਤਲਵਾਰਾਂ, ਢਾਲਾਂ ਤੇ ਤੀਰ ਕਮਾਨ, ਤੀਰ ਉਹ ਮਹਾਰਾਜ ਜੀ ਦੇ ਨਾਲ ਹੀ ਸਤਿਗੁਰਾਂ ਦੇ ਪਲੰਗੇ ਤੇ ਪਏ ਹੁੰਦੇ, ਨੇੜੇ ਵੱਡੇ ਪਲੰਗੇ ਤੇ। ਬੀਚ ਸਰਾਸਨ ਦੋਏ ਟਿਕਾਏ। ਉਹ ਜਿਹੜੇ ਕੁਝ ਦਿਨ 2-3 ਦਿਨ ਪਹਿਲਾਂ ਕਾਰੀਗਰਾਂ ਨੇ 2 ਕਮਾਨਾਂ ਲਿਆ ਕੇ ਭੇਟ ਕੀਤੀਆਂ ਸੀ ਨਾ, ਉਹ ਕਮਾਨਾਂ ਉੱਥੇ ਹੀ ਪਈਆਂ ਹੋਈਆਂ ਵਿੱਚ। ਬੜੀ ਮੋਟੀ ਫੱਟੀ ਆ ਉਹਨਾਂ ਦੀ ਜਿਹੜਾ ਚਿਲਾ ਆ ਤੰਦੀ, ਉਹ ਵੀ ਬੜੀ ਮਜ਼ਬੂਤ ਹੈ। ਉਹ 2ਵੇਂ ਕਮਾਨਾਂ ਜਿਹੜੀਆਂ ਨੇ ਮਹਾਰਾਜ ਜੀ ਦੇ ਕੋਲ ਪਲੰਗੇ ਤੇ ਪਈਆਂ ਹੋਈਆਂ। ਤਿੰਨ ਪਰ ਦ੍ਰਿਸ਼ਟ ਗਈ ਉਮਰਾਵਨ। ਇਹਨਾਂ ਦੋਨਾਂ ਅਫਸਰਾਂ ਦੀ ਨਿਗਾਹ ਉਹਨਾਂ ਕਮਾਨਾਂ ਤੇ ਗਈ। ਬੈਠੇ ਸੀ ਨੇੜੇ, ਜਦੋਂ ਮਹਾਰਾਜ ਜੀ ਦੀਆਂ ਪਈਆਂ ਕਮਾਨਾਂ ਵੇਖੀਆਂ, ਪਿਖੇ ਦਰਾਜ ਭਏ ਬਿਸਮਾਵਨ। ਵੇਖ ਕੇ ਬੜੇ ਹੈਰਾਨ ਹੋਏ ਵੀ ਇਹੋ ਜੀਆਂ ਕਮਾਨਾਂ, ਏਡੀ ਚੌੜੀ ਪੱਟੀ ਵਾਲੀ ਕਮਾਨ ਤਾਂ ਅਸੀਂ ਨਹੀਂ ਵੇਖੀ ਅੱਜ ਤਾਈਂ। ਚੌੜੀ ਪਾਟੀ ਬੜੇ ਕਠੋਰ। ਚੌੜੀ ਪੱਟੀ ਹੈ ਔਰ ਬੜਾ ਕਠੋਰ ਹੈ ਕਮਾਨ, ਔਰ ਵੇਖਣ ਵਿੱਚ ਵੀ ਵਜਨ ਵਾਲਾ ਤੇ ਭਾਰਾ ਹੈ। ਇਨ ਐਚਨ ਕੋ ਕਿਸ ਮੈਂ ਜ਼ੋਰ। ਇਸ ਕਮਾਨ ਨੂੰ ਖਿੱਚਣ ਦੇ ਵਿੱਚ ਕਿਹਦੇ 'ਚ ਜ਼ੋਰ ਹੋ ਸਕਦਾ ਭਲਾ? ਕਿਹਦੇ 'ਚ ਇੰਨਾ ਤਾਣ ਹੋ ਸਕਦਾ ਹੈ ਜਿਹੜਾ ਇਸ ਕਮਾਨ ਦੀ ਤੰਦੀ ਨੂੰ ਖਿੱਚ ਸਕੇ? ਮਹਾ ਮੁਸ਼ਟ ਜੁਗ ਗੋਸ਼ੇ ਕਠਨੰਗ। ਜਿਹੜੇ 2ਵੇਂ ਕਮਾਨ ਦੇ 2 ਸਿਰੇ ਨੇ ਬੜੇ ਮਜ਼ਬੂਤ ਨੇ, ਉੱਤੇ ਜਿਹੜੀ ਤੰਦੀ ਚਾੜੀ ਹੋਈ ਬੜੀ ਕਰੜੀ ਹੈ, ਉਹਨੂੰ ਤਾਂ ਉਦਾਂ ਉਂਗਲ ਲਾ ਕੇ ਬੰਦਾ ਹਿਲਾ ਵੀ ਨਹੀਂ ਸਕਦਾ, ਉਹਨੂੰ ਖਿੱਚ ਕਿਵੇਂ ਸਕਦੇ ਹੋਣਗੇ? ਤੈਸੇ ਪੰਚ ਸਿਲੇ ਸਮ ਗਠਨੰਗ। ਕਹਿੰਦੇ ਜਿਹੜੀ ਪੰਚ ਹੈ, ਪੰਚ ਕਹਿੰਦੇ ਨੇ ਤੰਦੀ ਨੂੰ, 2ਵੇਂ ਜਿਹੜੇ ਸਿਰੇ ਨੇ ਕਮਾਨ ਦੇ ਉਹਨਾਂ ਨੂੰ ਗੋਸ਼ੇ ਕਹਿ ਦਿੰਦੇ ਆ, ਉਹ ਬੜੇ ਮਜ਼ਬੂਤ ਨੇ। ਫਿਰ ਜਿਹੜੀ ਤੰਦੀ ਆ ਉਹ ਵੀ ਬੜੀ ਮਜ਼ਬੂਤ ਤੇ ਕਠਨ ਹੈ। ਏ ਗੁਰ ਪੀਰ ਦਾਵ ਕਰ ਨਾਨਾ। ਸੋਚਦੇ ਨੇ ਇਹ ਗੁਰੂ ਪੀਰ ਹੁੰਦੇ ਆ, ਏਦਾਂ ਦੇ ਦਾ ਪੇਚ ਕਰਦੇ ਰਹਿੰਦੇ ਆ ਲੋਕਾਂ ਨੂੰ ਭਰਮਾਉਣ ਲਈ। ਵੇਖ ਕੇ ਨਾ ਕਮਾਨਾਂ, ਕਹਿੰਦੇ ਕਿਹਨੇ ਚਲਾਉਣੀਆਂ ਨੇ, ਇਹ ਤਾਂ ਦਰਸ਼ਨੀ ਲੱਗਦੀਆਂ ਨੇ। ਇਹ ਦਰਸ਼ਨੀ ਜਿਹੜੀਆਂ ਕਮਾਨਾਂ ਨੇ, ਇਹਨੂੰ ਕੌਣ ਚਲਾ ਸਕਦਾ ਹੋਵੇਗਾ ਭਲਾ? ਫਿਰ ਕਹਿੰਦੇ ਨਹੀਂ, ਇਹ ਗੁਰੂ ਪੀਰ ਹੁੰਦੇ ਆ, ਗੁਰੂ ਪੀਰਾਂ ਦੇ ਦਾ ਪੇਚ ਹੁੰਦੇ ਨੇ। ਰਖੇ ਦਿਖਾਵਾ ਲੋਕਨ ਨਾਨਾ। ਇਹ ਲੋਕ ਇਹਨਾਂ ਕੋਲ ਭਾਂਤ ਭਾਂਤ ਦੀ ਦੁਨੀਆ ਆਉਂਦੀ, ਉਹਨਾਂ ਨੂੰ ਵਿਖਾਉਣ ਵਾਸਤੇ ਨਾ ਰੱਖੇ ਹੁੰਦੇ ਆ, ਉਹਨਾਂ ਨੂੰ ਭਰਮਾਉਣ ਲਈ, ਉਹਨਾਂ ਨੂੰ ਵਿਖਾਉਣ ਲਈ ਰੱਖੇ ਹੁੰਦੇ ਆ। ਸਮਰਤ ਲਖੇ ਮਾਨੈ ਆਨ। ਤਾਂ ਜੋ ਲੋਕ ਵੇਖ ਕੇ ਇਹਨਾਂ ਨੂੰ ਸਮਰੱਥ ਸਮਝ ਕੇ ਇਹਨਾਂ ਨੂੰ ਮੱਥਾ ਟੇਕਣ, ਜਦੋਂ ਕਮਾਨਾਂ ਵੇਖਣ ਤੇ ਆਖਣ ਇਹੋ ਜੀਆਂ ਕਮਾਨਾਂ ਗੁਰੂ ਜੀ ਚਲਾਉਂਦੇ ਨੇ, ਉਹ ਵੇਖ ਕੇ ਝੁਕ ਕੇ ਮੱਥਾ ਟੇਕਦੇ ਹੋਣੇ ਨੇ। ਉਦਾਂ ਇਹ ਚਲਾ ਤਾਂ ਕੋਈ ਸਕਦਾ ਨਹੀਂ। ਇਹਨਾਂ ਨੇ ਕੇਵਲ ਦਰਸ਼ਨਾਂ ਵਾਸਤੇ ਰੱਖੀਆਂ ਹੋਣੀਆਂ, ਇਹ ਦਰਸ਼ਨੀ ਕਮਾਨਾਂ ਨੇ। ਬਸ ਵੀ ਜਿਹੜੇ ਲੋਕ ਆਉਣ ਤੇ ਦਰਸ਼ਨ ਕਰਕੇ ਇਹਨਾਂ ਨੂੰ ਸਮਰੱਥ ਸਮਝ ਕੇ ਇਹਨਾਂ ਦੀ ਆਨ ਮੰਨਣ। ਅਰਪ ਉਪਾਇਨ ਅਨਿਕ ਮਹਾਨ। ਔਰ ਲੋਕ ਖੁਸ਼ ਹੋ ਕੇ ਇਹਨਾਂ ਨੂੰ ਆ ਕੇ ਭਟਾਵਾਂ ਅਰਪਣ ਕਰਦੇ ਨੇ, ਫਿਰ ਇਹਨਾਂ ਦੀ ਆਨ ਮੰਨਦੇ ਨੇ। ਨਾਏ ਤਾਂ ਇਹ ਕੋ ਦੰਡ ਵੱਡ ਭਾਰੇ। ਨਹੀਂ ਤਾਂ ਏਡੇ ਮਜ਼ਬੂਤ ਧਨਖ, ਇੰਨੀਆਂ ਮਜ਼ਬੂਤ ਪੱਟੀਆਂ ਵਾਲੇ ਧਨਖ, ਇੰਨੀ ਸਖਤ ਤੰਦੀ ਵਾਲੇ ਧਨਖ ਜਿਹੜੇ ਕਮਾਨ ਹਨ। ਨਰ ਐਂਚੇ ਬਲ ਕਹਾਂ ਵਿਚਾਰੇ। ਕਿਹੜਾ ਇਹੋ ਜਿਹਾ ਬੰਦਾ ਜਿਹੜਾ ਇਹਨੂੰ ਖਿੱਚ ਸਕੇ?
ਚਲਾਣਾ ਤਾਂ ਕਿਤੇ ਕਿਤੇ ਰਿਹਾ, ਇਹਨੂੰ ਚੁੱਕ ਕੇ ਇਹਦੀ ਤੰਦੀ ਨਹੀਂ ਫੜ ਕੇ ਖਿੱਚੀ ਜਾ ਸਕਣੀ ਕਿਸੇ ਕੋਲੋਂ। ਜੋ ਫਰਿਸ਼ਤੇ ਬਲੀ ਬਿਸਾਲਾ, ਕਹਿੰਦੇ ਜਿਹੜੇ ਫਰਿਸ਼ਤੇ ਹੁੰਦੇ ਆ ਦੇਵਪੁਰੀ 'ਚ, ਉਹ ਬੜੇ ਬਲੀ ਹੁੰਦੇ, ਉਹਨਾਂ 'ਚ ਬੜੀ ਤਾਕਤ ਹੁੰਦੀ ਐ। ਸੋ ਖੈਂਚੇ ਜਿਨ ਓਜ ਕਰਾਲਾ, ਉਹ ਫਰਿਸ਼ਤੇ ਹੀ ਆ ਕੇ ਕਮਾਨ ਚਲਾ ਸਕਦੇ, ਬੰਦਾ ਤੇ ਨਹੀਂ ਚਲਾ ਸਕਦਾ। ਕੋਈ ਫਰਿਸ਼ਤਾ ਹੋਵੇ ਆਕਾਸ਼ ਵਿੱਚੋਂ ਆਵੇ, ਉਹ ਬਲ ਵਾਲਾ ਹੁੰਦਾ, ਉਹ ਆ ਕੇ ਇਹੋ ਜੀ ਕਮਾਨ ਨੂੰ ਚੁੱਕ ਕੇ ਚਲਾ ਸਕਦਾ ਹੈ। ਮਾਨੁਖ ਕੌਣ ਆਜ ਜਗ ਸਾਰੇ, ਨਹੀਂ ਤਾਂ ਅੱਜ ਦੇ ਇਸ ਸਮੇਂ 'ਚ ਕਿਹੜਾ ਇਹੋ ਜਿਹਾ ਮਨੁੱਖ ਹੈ ਜਿਹੜਾ ਏਡੇ ਮਜ਼ਬੂਤ ਕਠੋਰ ਧਨਖ ਨੂੰ ਚਲਾ ਸਕੇ। ਤਨੁਖ ਐਚੇਨ ਤੇ ਸਰ ਮਾਰੇ, ਔਰ ਇਸ ਧਨਖ ਦੀ ਤੰਦੀ ਨੂੰ ਖਿੱਚ ਕੇ ਇਹਦੇ ਨਾਲ ਤੀਰ ਚਲਾ ਸਕੇ। ਇਸ ਧਰਤੀ ਤੇ ਤਾਂ ਨਹੀਂ ਕੋਈ ਬੰਦਾ ਦਿਸਦਾ ਏਦਾਂ ਦਾ ਅੱਜ ਦੇ ਸਮੇਂ 'ਚ। ਹਾਂ, ਕੋਈ ਆਕਾਸ਼ ਵਿੱਚੋਂ ਉਤਰ ਕੇ ਆ ਕੇ ਚਲਾ ਦੇਵੇ ਤੇ ਚਲਾ ਦੇਵੇ, ਧਰਤੀ ਤੇ ਨਹੀਂ ਕੋਈ ਦਿਸਦਾ। ਇਤਿਆਦਿਕ ਚਿਤ ਵਿਖੇ ਵਿਚਾਰਤ, ਏਦਾਂ ਇਹ ਆਪਣੇ ਚਿੱਤ ਦੇ ਵਿੱਚ ਵਿਚਾਰਾਂ ਕਰਦੇ ਨੇ। ਹੀਰ ਹੀਰ ਕਰ ਤਰਕ ਉਠਾਰਤ, ਵੇਖ ਵੇਖ ਕੇ ਤਰਕ ਕਰਦੇ ਨੇ ਵੀ ਇਹ ਕਮਾਨ ਉਦਾਂ ਹੀ ਗੁਰੂ ਸਾਹਿਬ ਨੇ ਲੋਕਾਂ ਨੂੰ ਭਰਮਾਉਣ ਲਈ ਰੱਖੀਆਂ ਹੋਈਆਂ। ਇੱਕ ਵੀ ਨਹੀਂ, ਦੋ ਰੱਖੀਆਂ ਹੋਈਆਂ। ਇਹ ਕਿੱਥੇ ਚਲਾ ਲੈਣਗੇ? ਇਹ ਕੌਣ ਚਲਾ ਸਕਦਾ? ਏਦਾਂ ਇਹਨਾਂ ਨੇ ਵੇਖ ਵੇਖ ਕੇ ਮਨ 'ਚ ਨਾ ਤਰਕ ਜੀ ਕਰੀ ਜਾਂਦੇ ਨੇ। ਸ਼੍ਰੀ ਸਤਿਗੁਰ ਸਭ ਅੰਤਰਜਾਮੀ, ਅੰਤਰਜਾਮੀ ਸਤਿਗੁਰੂ ਜੀ ਜਾਣਦੇ ਨੇ ਵੀ ਇਹਨਾਂ ਦੇ ਮਨ 'ਚ ਕੀ ਚੱਲਦਾ। ਮੇਰੇ ਸਾਹਿਬ ਸੱਚੇ ਪਾਤਸ਼ਾਹ ਘਟ ਘਟ ਦੇ ਅੰਦਰ ਦੀ ਜਾਣਨ ਵਾਲੇ ਨੇ, ਕਿਉਂਕਿ ਹਰ ਘਟ ਵਿੱਚ ਮੇਰੇ ਸਾਹਿਬ ਦੀ ਜੋਤ ਵਸਦੀ ਹੈ। ਨੂਰ ਹਰ ਦਰ ਜਿਸਮ, ਰੂਹ ਹਰ ਦਰ ਜਿਸਮ ਗੁਰੂ ਗੋਬਿੰਦ ਸਿੰਘ। ਜਿੰਨੇ ਜਿਸਮ ਨੇ ਨਾ, ਸਰੀਰ ਨੇ, ਉਹਨਾਂ ਸਾਰਿਆਂ ਵਿੱਚ ਜਿਹੜੀ ਰੂਹ ਹੈ ਉਹ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਚੇਤਨਾ ਹੈ। ਤੋ ਸਤਿਗੁਰੂ ਜਾਣੀ ਜਾਣ ਗਏ ਇਹਨਾਂ ਦੇ ਮਨ ਵਿੱਚ ਕੀ ਚੱਲਦਾ ਹੈ। ਤਰਕ ਤੋਂ ਮਰਾਵਨ ਲਖ ਖਾਮੀ, ਇਹਨਾਂ ਦੀ ਖਾਮੀ ਜਾਣ ਕੇ ਵੀ ਇਹ ਤਰਕ ਕਰ ਰਹੇ ਨੇ, ਇਹਨਾਂ ਦੇ ਮਨ 'ਚ ਤਰਕ ਆ ਰਿਹਾ ਹੈ। ਹਮਕੋ ਜਾਣੇ ਦੰਭ ਕਮਾਵੇ, ਇਹ ਜਾਣ ਰਹੇ ਨੇ ਵੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਪਖੰਡ ਕਰਦੇ ਨੇ। ਮਹਾਰਾਜ ਜੀ ਸੋਚ ਰਹੇ ਆ ਇਹਨਾਂ ਦੇ ਮਨ ਦੀ ਜਾਣ ਕੇ ਵੀ ਇਹ ਸੋਚਦੇ ਨੇ ਵੀ ਸ਼ਾਇਦ ਅਸੀਂ ਪਖੰਡ ਕਰਦੇ ਆ, ਤੇ ਆਹ ਜਿਹੜੀਆਂ ਕਮਾਨਾਂ ਰੱਖੀਆਂ ਨੇ ਪਖੰਡ ਵਾਸਤੇ ਰੱਖੀਆਂ ਨੇ, ਵਿਖਾਵਾ ਕਰਨ ਵਾਸਤੇ ਰੱਖੀਆਂ ਹੋਈਆਂ। ਏਤ ਦਿਖਾਵਨ ਤਨੁਖ ਟਿਕਾਵੇ, ਕਿ ਇਹ ਲੋਕਾਂ ਨੂੰ ਵਿਖਾਉਣ ਵਾਸਤੇ ਆਪਣੇ ਕੋਲ ਕਮਾਨਾਂ ਰੱਖੀ ਬੈਠੇ ਨੇ। ਇਹ ਸੋਚਦੇ ਹਨ ਇਹ ਰਣ ਮੈਂ ਪਹੁੰਚੇ ਨੈ ਆਏ। ਮਹਾਰਾਜ ਜੀ ਕਹਿੰਦੇ ਆਏ ਨਹੀਂ ਨਾ ਜੰਗ ਦੇ ਵਿੱਚ, ਉੱਥੇ ਇਹ ਪਹੁੰਚੇ ਨਹੀਂ ਸਨ ਜੰਗ ਦੇ ਵਿੱਚ। ਉੱਥੇ ਆਨੰਦਪੁਰ ਚਮਕੌਰ ਝੁਕਾਏ, ਕਿੱਥੇ ਭਲਾ ਆਨੰਦਪੁਰ ਸਾਹਿਬ ਤੇ ਚਮਕੌਰ ਸਾਹਿਬ ਦੇ ਜੰਗ ਵਿੱਚ ਨਹੀਂ ਪਹੁੰਚੇ। ਉੱਥੇ ਜਿਹੜੇ ਅਸੀਂ ਤੀਰ ਚਲਾ ਕੇ ਇਹਨਾਂ ਦੇ ਸਾਥੀ ਮਾਰੇ ਨੇ, ਇਹਨਾਂ ਨੇ ਆਣ ਕੇ ਵੇਖੇ ਨਹੀਂ। ਉੱਥੇ ਇਹਨਾਂ ਚੱਲਦੇ ਨਹੀਂ ਨਿਹਾਰੇ ਤੀਰ। ਜੇ ਵੇਖੇ ਹੁੰਦੇ ਤੇ ਇਹਨਾਂ ਦੇ ਮਨ 'ਚ ਏਦਾਂ ਸ਼ੰਕਾ ਨਾ ਆਉਂਦਾ। ਤੇ ਪੂਰੇ ਗੁਰੂ ਦੀ ਸ਼ਰਨ 'ਚ ਆਵੇ ਤੇ ਸ਼ੰਕਾ ਕਰਕੇ ਵਾਪਸ ਮੁੜ ਜਾਏ ਤੇ ਫਿਰ ਗੁਰੂ ਕਾਹਦਾ? ਗੁਰੂ ਤਾਂ ਉਹ ਹੈ ਪੂਰਾ ਕਿ ਜਿਹੜਾ ਕੋਈ ਸ਼ੰਕਾਗ੍ਰਸਤ ਹੋ ਕੇ ਆਵੇ, ਨਾਲ ਦੀ ਨਾਲ ਉਹਦਾ ਸ਼ੰਕਾ ਨਿਵਾਰ ਕੇ ਉਹਨੂੰ ਟੋਰ ਦੇਵੇ। ਇਹ ਪੂਰਾ ਗੁਰੂ ਹੈ। ਪੂਰੇ ਗੁਰੂ ਨੇ ਉਹ ਕਿਸੇ ਦੇ ਹਿਰਦੇ 'ਚ ਸ਼ੰਕਾ ਨਹੀਂ ਰਹਿਣ ਦਿੰਦਾ, ਉਹ ਸ਼ੰਕਾ ਨਿਵਾਰ ਦਿੰਦਾ ਹੈ। ਤੇ ਜਿਹੜਾ ਗੁਰੂ ਸ਼ੰਕਾ ਕੱਢ ਹੀ ਨਾ ਸਕੇ ਕਿਸੇ ਦੇ ਦਿਲ 'ਚੋਂ, ਮਹਾਰਾਜ ਕਬੀਰ ਜੀ ਕਹਿੰਦੇ ਇਹੋ ਜਿਹੇ ਗੁਰੂ ਦਾ ਕੀ ਫਾਇਦਾ ਬਈ। ਮਾਏ ਮੁੰਡੋ ਤੇ ਗੁਰੂ ਕੀ ਜਾਂ ਤੇ ਭਰਮ ਨਾ ਜਾਏ। ਕਹਿੰਦੇ ਇਹੋ ਜਿਹਾ ਗੁਰੂ ਜਿਹਾ ਉਹ ਤਾਂ ਪਖੰਡੀ ਹੋਵੇਗਾ ਨਾ, ਜਿਹੜਾ ਕਿਸੇ ਦਾ ਭਰਮ ਨਾ ਕੱਢ ਸਕੇ, ਜਿਹੜਾ ਕਿਸੇ ਦਾ ਸ਼ੰਕਾ ਨਾ ਨਿਵਾਰ ਸਕੇ। ਕਹਿੰਦੇ ਇਹੋ ਜਿਹਾ ਕੱਚਾ ਪਿੱਲਾ ਗੁਰੂ, ਉਹਦੀ ਮਾਏ ਮੁੰਡੋ, ਕਹਿੰਦੇ ਉਹਦੀ ਮਾਂ ਨੂੰ ਸਜ਼ਾ ਦੇਣੀ ਚਾਹੀਦੀ ਹੈ ਜਿਹਨੇ ਇਹੋ ਜਿਹਾ ਨਪੂਤਾ ਜੰਮਿਆ, ਇਹੋ ਜਿਹਾ ਕਪੂਤ ਜੰਮਿਆ। ਪੂਰਾ ਗੁਰੂ ਆਪਣੇ ਸੇਵਕ ਦੇ ਹਿਰਦੇ 'ਚ ਸੰਦੇਹ ਨਹੀਂ ਰਹਿਣ ਦਿੰਦਾ। ਉਹ ਕਿਸੇ ਪ੍ਰਾਣੀ ਦੇ ਮਨ 'ਚ ਕੋਈ ਸ਼ੰਕਾ ਆ ਜਾਏ, ਉਸ ਦੇ ਸ਼ੰਕੇ ਦਾ ਨਿਵਾਰਨ ਕਰਦਾ। ਨਾਲੇ ਇੱਥੇ ਗੱਲ ਗੁਰੂ ਨਾਨਕ ਦੇ ਘਰ ਦੀ ਮਹਿਮਾ ਦੀ ਸੀ। ਇਹ ਬਾਹਰੋਂ ਆਏ ਨੇ, ਕਿਤੇ ਇਹ ਨਾ ਸਮਝ ਕੇ ਜਾਣ ਵੀ ਇੱਥੇ ਕੋਈ ਵਿਖਾਵਾ ਹੋ ਰਿਹਾ ਹੈ, ਇੱਥੇ ਕੋਈ ਪਖੰਡ ਹੋ ਰਿਹਾ ਹੈ। ਇਹਨਾਂ ਦੇ ਪਖੰਡ, ਇਹਨਾਂ ਦੇ ਮਨ ਦਾ ਇਹ ਭਰਮ ਨਿਵਾਰਨ ਵਾਸਤੇ ਕਲਗੀਧਰ ਪਾਤਸ਼ਾਹ ਨੇ ਸੋਚਿਆ ਕਿ ਜਾਪਦਾ ਇਹ ਆਏ ਨਹੀਂ ਚਮਕੌਰ ਸਾਹਿਬ ਦੇ ਜੰਗ 'ਚ,
ਇਹ ਆਏ ਨਹੀਂ ਆਨੰਦਪੁਰ ਸਾਹਿਬ ਦੇ ਜੰਗ 'ਚ, ਜੇ ਆਏ ਹੁੰਦੇ ਤੇ ਇਦਾਂ ਦਾ ਸ਼ੰਕਾ ਨਾ ਕਰਦੇ। 10 ਮੈਂ ਕੋ ਤੀਰ ਨਿਕਾਸਾ, ਜਿਹੜੇ 10 ਵੈਰੀਆਂ ਦੀਆਂ ਛਾਤੀਆਂ ਨੂੰ ਵਿੰਨ ਕੇ ਸਾਡੇ ਤੀਰ ਨਿਕਲਦੇ ਰਹੇ ਨੇ ਨਾ, ਉਹ ਇਹਨਾਂ ਨੇ ਨਹੀਂ ਵੇਖੇ। ਸ਼ਤਰੂ ਬ੍ਰਿੰਦ ਕੋ ਤਤ ਛਿਨ ਨਾਸ਼ਾ, ਬੇਅੰਤ ਸ਼ਤਰੂਆਂ ਨੂੰ ਜਿਹੜਾ ਤਤ ਛਿਨ ਮਾਰਿਆ ਇਹਨਾਂ ਤੀਰਾਂ ਨਾਲ। ਇਨਕੋ ਨਿਜ ਬਲ ਚਾਹੀਏ ਦਿਖਾਵਨ, ਮਹਾਰਾਜ ਜੀ ਕਹਿੰਦੇ ਹੁਣ ਇਹਨਾਂ ਨੂੰ ਬਲ ਵਿਖਾਣਾ ਪੈਣਾ, ਨਹੀਂ ਤਾਂ ਇਹਨਾਂ ਨੇ ਗੁਰੂ ਨਾਨਕ ਦੇ ਘਰ ਦੀ ਮਹਿਮਾ ਨੂੰ ਜਾਣੇ ਬਿਨਾਂ ਟੁਰ ਜਾਣਾ। ਹੋਰ ਜਾ ਕੇ ਕਈਆਂ ਨੂੰ ਗੱਲ ਕਰਨਗੇ ਵੀ ਉੱਥੇ ਤਾਂ ਜੀ ਅਸੀਂ ਆਹ ਵਿਖਾਵਾ ਵੇਖਿਆ, ਤੇ ਸਤਿਗੁਰਾਂ ਦੇ ਘਰ ਦੀ ਤੋਹੀਨ ਹੋਵੇਗੀ। ਇਸ ਕਰਕੇ ਇਹਨਾਂ ਨੂੰ ਹੁਣ ਬਲ ਵਿਖਾਣਾ ਪਵੇਗਾ, ਨਹੀਂ ਤਾਂ ਬਲ ਅਪਰਨ ਕਰੇ ਬਤਾਵਨ, ਨਹੀਂ ਤਾਂ ਫਿਰ ਇਹ ਹੋਰਾਂ ਨੂੰ ਜਾ ਕੇ ਦੱਸਦੇ ਫਿਰਨਗੇ। ਉੱਥੇ ਤਾਂ ਗੁਰੂ ਜੀ ਨੇ ਲੋਕਾਂ ਨੂੰ ਵਿਖਾਵਾ ਕਰਨ ਵਾਸਤੇ ਕਮਾਨਾਂ ਰੱਖ ਕੇ ਰੱਖੀਆਂ ਹੋਈਆਂ, ਵਿਖਾਵਾ ਕਰਨ ਲਈ। ਹਾਂਜੀ, ਇਤਿਆਦਿਕ ਵਿਚਾਰ ਗੁਰ ਉਰ ਮੈਂ, ਏਦਾਂ ਸਤਿਗੁਰੂ ਕਲਗੀਧਰ ਜੀ ਆਪਣੇ ਚਿੱਤ 'ਚ ਵਿਚਾਰ ਕਰਦੇ ਨੇ। ਦੋਨੋਂ ਤਨੁਖ ਉਠਾਏ ਕਰ ਮੈਂ, ਇਹਨਾਂ ਦੇ ਮਨ ਦਾ ਭਰਮ ਨਿਵਾਰਨ ਲਈ ਸਤਿਗੁਰੂ ਜੀ ਨੇ ਦੋਵੇਂ ਕਮਾਨ, ਇੱਕ ਨਹੀਂ ਦੋਵੇਂ ਹੀ ਚੁੱਕੀਆਂ ਇਕੱਠੀਆਂ। ਦੋਵੇਂ ਕਮਾਨ ਮਹਾਰਾਜ ਜੀ ਨੇ ਚੁੱਕੇ, ਦੋਨੋਂ ਮੁਸ਼ਟ ਹਾਥ ਇੱਕ ਤਰੀ, ਔਰ ਉਹਨਾਂ ਦੋਨਾਂ ਕਮਾਨਾਂ ਨੂੰ ਫੜਨ ਵਾਸਤੇ ਜਿੱਥੇ ਮੁੱਠਾ ਬਣਿਆ ਹੁੰਦਾ ਨਾ, ਜਿੱਥੇ ਉਹਨੂੰ ਫੜਨਾ ਹੁੰਦਾ, ਉਹ ਦੋਵਾਂ ਜਿਹੜੇ ਮੁੱਠੇ ਨੇ ਉਹ ਇੱਕੋ ਹੱਥ ਦੇ ਵਿੱਚ ਮਹਾਰਾਜ ਜੀ ਨੇ ਪਕੜ ਕੇ ਇਦਾਂ ਇਕੱਠੀਆਂ ਕਰ ਲਈਆਂ ਦੋਵੇਂ ਕਮਾਨਾਂ। ਦੋਨ ਪੰਚ ਇੱਕ ਚੁਟਕੀ ਧਰੀ, ਔਰ ਦੋਵਾਂ ਦੀ ਤੰਦੀ ਆਪਣੇ ਸੱਜੇ ਹੱਥ ਦੇ ਵਿੱਚ ਕਲਗੀਆਂ ਵਾਲੇ ਪਾਤਸ਼ਾਹ ਜੀ ਨੇ ਪਕੜ ਲਈ। ਬਲ ਤੇ ਐਂਚੀ ਕੋਣ ਨਿਵਾਏ, ਮਹਾਰਾਜ ਜੀ ਨੇ ਬਲ ਦੇ ਨਾਲ ਦੋਵੇਂ, ਜਿਹੜੀ ਇੱਕ ਤੰਦੀ ਖਿੱਚਣੀ ਵੀ ਔਖੀ ਸੀ, ਕਹਿੰਦੇ ਇੱਕ ਨੂੰ ਨਹੀਂ ਕੋਈ ਚਲਾ ਸਕਦਾ, ਸਤਿਗੁਰਾਂ ਨੇ ਦੋਵੇਂ ਕਮਾਨਾਂ ਪਕੜੀਆਂ, ਦੋਨਾਂ ਦੀ ਤੰਦੀ ਲਈ ਹੱਥਾਂ ਦੇ ਵਿੱਚ, ਤੇ ਜਦੋਂ ਆਪਣੇ ਹੱਥ ਨਾਲ ਚੁਟਕੀ ਨਾਲ ਖਿੱਚੀਆਂ ਨਾ ਦੋਵੇਂ ਤੰਦੀਆਂ, ਤੇ ਦੋਹਾਂ ਕਮਾਨਾਂ ਦੀਆਂ ਜਿਹੜੀਆਂ ਦੋ ਕੋਣਾਂ ਨੇ, ਦੋ ਸਿਰੇ ਨੇ, ਉਹ ਮਹਾਰਾਜ ਜੀ ਨੇ ਨਿਭਾ ਕੇ ਕੰਨਾਂ ਤੱਕ ਖਿੱਚ ਕੇ ਲੈ ਗਏ। ਚਾਪ ਪ੍ਰਚੰਡ ਖਿੱਚੇ ਚਿਰੜਾਏ, ਕਹਿੰਦੇ ਉਹ ਪ੍ਰਚੰਡ ਪੱਟੀ ਵਾਲੇ ਜਿਹੜੀਆਂ ਮਹਾਰਾਜ ਜੀ ਦੀ ਕਮਾਨਾਂ ਹੱਥ 'ਚ ਫੜੀਆਂ ਹੋਈਆਂ ਦੋਵੇਂ, ਜਦੋਂ ਖਿੱਚੀਆਂ ਨਾ ਤੇ ਉਹ ਕਮਾਨ ਜਿਹੜੀ ਜਦੋਂ ਲਿਫਦੀ ਹੈ, ਉਹਦੀ ਜਿਹੜੀ ਪੱਟੀ ਹੈ, ਉਹਦੇ ਚੋਂ ਚਿਰੜ ਚਿਰੜ ਦੀ ਆਵਾਜ਼ ਆਉਂਦੀ ਹੈ। ਚਿਰੜਾਏ, ਕਹਿੰਦੇ ਚਿਰੜ ਚਿਰੜ ਦੀ ਉਹਦੇ ਚੋਂ ਆਵਾਜ਼ ਆਉਂਦੀ ਹੈ। ਏਦਾਂ ਮਹਾਰਾਜ ਜੀ ਨੇ ਖਿੱਚੀਆਂ ਤੰਦੀਆਂ, ਖੈਂਚ ਖੈਂਚ ਇੱਕ ਦਵੈ ਦੇ ਬਾਲੇ, ਤੇ ਮਹਾਰਾਜ ਜੀ ਨੇ ਇੱਕ ਵਾਰ ਨਹੀਂ, ਇੱਕ ਵਾਰੀ ਛੱਡ ਕੇ ਫਿਰ ਦੂਜੀ ਵਾਰ, 3-4 ਵਾਰੀ ਖਿੱਚ ਖਿੱਚ ਕੇ ਮਹਾਰਾਜ ਕਦੇ ਸੱਜੇ ਪਾਸੇ ਕਰਕੇ ਉਹਦਾ ਬਾਲਾ ਕੱਢ ਕੇ ਦੋਹਾਂ ਦੀ ਤੰਦੀ ਖਿੱਚਦੇ, ਕਦੇ ਖੱਬੇ ਪਾਸੇ, ਕਦੇ ਉੱਪਰਲੇ ਪਾਸੇ, ਕਦੇ ਸਾਹਮਣੇ, ਏਦਾਂ ਮਹਾਰਾਜ ਜੀ ਉਹਦੇ ਬਾਲੇ ਕੱਢਦੇ ਨਾਲੇ ਤੰਦੀਆਂ ਖਿੱਚਦੇ ਨੇ। ਸਭਨ ਦਿਖਾਏ ਕਰਤ ਉਤਾਲੇ, ਔਰ ਬੜੀ ਫੁਰਤੀ ਨਾਲ ਕਰਕੇ ਮਹਾਰਾਜ ਜੀ ਸਭ ਨੂੰ ਵਿਖਾ ਰਹੇ ਨੇ। ਲੱਗਿਓ ਬੜੋ ਬਲ ਐਂਚਤ ਤਨਖ ਕੋ, ਹੁਣ ਉਹਨੂੰ ਖਿੱਚਣ ਵੇਲੇ ਜਦੋਂ ਪੂਰਾ ਬਲ ਲੱਗਾ ਸਰੀਰ ਦਾ, ਨੈ ਬਚਾਵ ਕੀਏ ਘਾਵ ਜੋ ਤਨ ਕੋ, ਸਾਹਿਬ ਦੇ ਤਨ ਤੇ ਜਿਹੜਾ ਜ਼ਖਮ ਸੀ ਉਹਦਾ ਮਹਾਰਾਜ ਜੀ ਨੇ ਬਚਾ ਨਹੀਂ ਕੀਤਾ। ਲਖੇ ਲਗੇ ਜ਼ਖਮ ਤੋਪੇ ਟੁੱਟ ਗਏ, ਜਦੋਂ ਜ਼ੋਰ ਲੱਗਾ ਪੇਟ ਨੂੰ ਖਿੱਚ ਪਈ, ਤੰਦੀਆਂ ਨੂੰ ਖਿੱਚਣਾ ਕਿਹੜਾ ਸੌਖਾ ਸੀ, ਪੇਟ ਨੂੰ ਖਿੱਚ ਪਈ, ਜ਼ੋਰ ਲੱਗਾ, ਤੇ ਮਹਾਰਾਜ ਜੀ ਦੇ ਜਿਹੜੇ ਉਹ ਤੋਪੇ ਕੱਚੇ ਸਨ, ਜ਼ਖਮ ਕੱਚਾ ਸੀ, ਅੱਲਾ ਸੀ, ਉੱਤੋਂ ਮਿਚ ਗਿਆ ਸੀ ਪਰ ਅੰਦਰੋਂ ਅੱਲਾ ਸੀ, ਉਹ ਇੱਕਦਮ ਦੁਬਾਰਾ ਉਹ ਖੁੱਲ ਗਿਆ। ਰੁਦਰ ਨਿਕਸ ਪਟ ਭੀਜਤ ਭਏ, ਇੱਕਦਮ ਫੇਰ ਖੂਨ ਦੀ ਤਤੀਰੀ ਮਹਾਰਾਜ ਜੀ ਦੇ ਉਸ ਜ਼ਖਮ ਚੋਂ ਵਹਿ ਟੁਰੀ, ਸਾਹਿਬ ਦੇ ਤਨ ਤੇ ਪਾਏ ਬਸਤਰ ਖੂਨ ਨਾਲ ਭਿੱਜ ਗਏ। ਪੂਰਬ ਤੇ ਪੀ ਘਾਵ ਬਡੇਰਾ, ਜਿੰਨਾ ਜ਼ਖਮ ਪਹਿਲਾਂ ਸੀ ਉਹਦੇ ਨਾਲੋਂ ਵੀ ਵੱਡਾ ਜ਼ਖਮ ਹੋ ਗਿਆ, ਕਿਉਂਕਿ ਇੱਕਦਮ ਖਿੱਚ ਜ਼ਿਆਦਾ ਪਈ, ਤੇ ਖਿੱਚ ਪੈਣ ਦੇ ਕਾਰਨ ਕਹਿੰਦੇ ਪਹਿਲਾਂ ਨਾਲੋਂ ਵੀ ਜ਼ਖਮ ਖੁੱਲ ਕੇ ਵੱਡਾ ਹੋ ਗਿਆ, ਕਿਉਂਕਿ ਨਰਮ ਸੀ, ਥੋੜਾ ਜਿਹਾ ਉਹਦੇ ਵਿੱਚ ਰੇਸ਼ਾ ਵਗੈਰਾ ਹੋਵੇਗਾ, ਉਹ ਖਿੱਚ ਕੇ ਕਹਿੰਦੇ ਖਿੱਚ ਪੈਣ ਕਰਕੇ ਜ਼ਿਆਦਾ ਵੱਡਾ ਹੋ ਗਿਆ। ਪਇਓ ਤੁਰਤ ਹੀ ਤਨ ਮੈਂ ਹੀਰਾ, ਸਭ ਨੇ ਵੇਖਿਆ ਇੱਕਦਮ ਖੂਨ ਦੀ ਤਤੀਰੀ ਵਗਦੀ, ਬਿਸਮਤ ਮਨ ਕੀਓ ਹਾਹਾਕਾਰਾ, ਸਾਰੇ ਸਿੰਘ ਇੱਕਦਮ ਹਾਹਾਕਾਰ, ਮਹਾਰਾਜ ਆ ਕੀ ਕਰ ਦਿੱਤਾ ਆਪ ਜੀ ਨੇ, ਇਹ ਕੀ ਹੁਕਮ ਵਰਤਾ ਦਿੱਤਾ ਆਪ ਜੀ ਨੇ, ਇੱਕਦਮ ਹਾਹਾਕਾਰ ਮਚ ਗਈ। ਕਹਾਂ ਪਇਓ ਕੈ ਸਕਲ ਨਿਹਾਰਾ, ਸਾਰੇ ਵੇਖ ਕੇ ਕਹਿੰਦੇ ਮਹਾਰਾਜ ਇਹ ਕੀ ਹੋ ਗਿਆ, ਆ ਕੀ ਹੋ ਗਿਆ।
ਹਾਥ ਜੋੜ ਉਮਰਾਵਨ ਪਾਖਾ। ਉਹ ਜਿਹੜੇ ਉਮਰਾਵ ਸਨ ਉਹਨਾਂ ਵੀ ਹੱਥ ਜੋੜ ਕੇ ਕਿਹਾ ਕੁਲ। ਸ਼੍ਰੀ ਪ੍ਰਭ ਕਹਾਂ ਕੀਨ ਇਆਂ ਕਾਂਖਾ। ਉਹ ਵੀ ਕਹਿਣ ਲੱਗੇ ਮਹਾਰਾਜ ਇਹ ਆਪ ਜੀ ਨੇ ਕੀ ਕੀਤਾ, ਇਹ ਆਪ ਜੀ ਨੇ ਕੀ ਕਾਂਖਾ ਕੀਤੀ ਹੈ। ਦੇ ਸਿਰ ਪਾਓ ਬਿਦਾ ਤਵ ਕਰੇ। ਮਹਾਰਾਜ ਜੀ ਕਹਿੰਦੇ ਭਾਈ ਕਿਸੇ ਦੇ ਮਨ 'ਚ ਸ਼ੰਕਾ ਆਇਆ ਸੀ, ਦੂਰ ਕੀਤਾ। ਉਹਨਾਂ ਨੂੰ ਸਿਰੇ ਪਾਓ। ਮਹਾਰਾਜ ਜੀ ਕਹਿੰਦੇ ਆਓ ਬਈ ਤੁਸੀਂ ਤਾਂ ਜਾਓ ਹੁਣ। ਸਿਰੇ ਪਾਓ ਲਿਆਂਦੇ ਤੇ ਦੋਹਾਂ ਨੂੰ ਦੇ ਕੇ ਟੋਰਿਆ। ਸੰਧਿਆ ਪਈ ਦੀਪ ਤਵ ਜਰੇ। ਰਾਤ ਪੈ ਗਈ ਸੀ, ਦੀਵੇ ਜਗ ਗਏ। ਜਮ ਦੁਤੀਆ ਸਸ ਦਿਨ ਤਬੇ ਹੋਤੋ। ਕਹਿੰਦੇ ਦੂਜ ਦਾ ਦਿਨ ਸੀ। ਬੜੇ ਯਤਨ ਤੇ ਬੰਧਨ ਕਿਤੋ। ਉਹਨੂੰ ਜ਼ਖਮ ਜ਼ਿਆਦਾ ਇੰਨਾ ਉਬੜ ਖੁਬੜ ਹੋ ਗਿਆ ਵੀ ਉਹਨੂੰ ਬੰਨਣਾ ਮੁਸ਼ਕਲ ਹੋ ਗਿਆ। ਬੜਾ ਯਤਨ ਕਰਕੇ ਜਿਹੜੇ ਸਿੰਘ ਸਨ ਉਹਨਾਂ ਨੇ ਉਸ ਜ਼ਖਮ ਨੂੰ ਬੰਨਿਆ। ਰਾਤ ਬਤੀਤ ਪ੍ਰਾਤ ਹੋਏ ਆਈ। ਰਾਤ ਬਤੀਤ ਕੀਤੀ, ਅਗਲਾ ਦਿਨ ਹੋਇਆ। ਗਰੀਬ ਨਵਾਜ ਸਾਹਿਬ ਸੱਚੇ ਪਾਤਸ਼ਾਹ ਖਾਲਸੇ ਨੂੰ ਹੁਕਮ ਕਰ ਰਹੇ ਨੇ, ਪੰਥ ਨਾਲ ਆਪਣੇ ਸਿੰਘਾਂ ਨਾਲ ਬਚਨ ਬਿਲਾਸ ਕਰ ਰਹੇ ਨੇ। ਉਹ ਕਥਾ ਆਪ ਦੀ ਅਗਲਿਆਂ ਪ੍ਰਸੰਗਾਂ 'ਚ ਸਰਵਣ ਕਰੋਗੇ। ਸਾਹਿਬ ਦਾ ਜਸ ਕਥਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਵਾਹੋ ਵਾਹੋ ਗੋਬਿੰਦ ਸਿੰਘ ਜੀ, ਵਾਹੋ ਵਾਹੋ ਗੋਬਿੰਦ ਸਿੰਘ ਜੀ। ਵਾਹੋ ਵਾਹੋ ਗੋਬਿੰਦ ਸਿੰਘ ਜੀ, ਵਾਹੋ ਵਾਹੋ ਗੋਬਿੰਦ ਸਿੰਘ ਜੀ। ਵਾਹੋ ਵਾਹੋ ਗੋਬਿੰਦ ਸਿੰਘ ਜੀ, ਵਾਹੋ ਵਾਹੋ ਗੋਬਿੰਦ ਸਿੰਘ ਜੀ। ਵਾਹੋ ਵਾਹੋ ਗੋਬਿੰਦ ਸਿੰਘ ਜੀ, ਵਾਹੋ ਵਾਹੋ ਗੋਬਿੰਦ ਸਿੰਘ ਜੀ। ਆਪੇ ਗੁਰ ਚੇਲਾ, ਆਪੇ ਗੁਰ ਚੇਲਾ। 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 ਵਾਹੋ ਵਾਹੋ ਗੋਬਿੰਦ ਸਿੰਘ ਜੀ, ਵਾਹੋ ਵਾਹੋ ਗੋਬਿੰਦ ਸਿੰਘ ਜੀ। ਵਾਹੋ ਵਾਹੋ ਗੋਬਿੰਦ ਸਿੰਘ ਜੀ, ਵਾਹੋ ਵਾਹੋ ਗੋਬਿੰਦ ਸਿੰਘ ਜੀ। ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ। ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ। ਅਚੁੱਤ ਹੈ ਪਾਰ ਬ੍ਰਹਮ, ਹੈ ਪੁਰਾਨ ਹੈ ਸਰਬ ਮੈਂ। ਹੈ ਸੰਗੀ ਹੈ ਨਿਰੰਕਾਰ, ਹੈ ਗੋਬਿੰਦ ਹੈ ਗੁਣ ਨਿਧਾਨ। ਹੈ ਅਪਰੰਪਰ ਹਰ ਹਰੇ, ਹੈ ਸੰਤਹ ਕੈ ਸਦਾ ਸੰਗ। हे ठाकुर हों दासरो, निर्गुण गुण नहीं कोई। नानक दीजै नाम दान, कोई है परोए। आए प्रभ शरणागति, निध दयाल। एक अखर हर मन बस्त, नानक होत नियाल। वाहिगुरु नाम जहाज है, सो तेरे पार। जो शरदा कर सेवंदे, पार उतार निहार। वाहिगुरु नाम जहाज है, सो तेरे पार। जो शरदा कर सेवंदे, पार उतार निहार। वाहिगुरु जी का खालसा, वाहिगुरु जी की फतेह।